ਮੁਕ ਉਚਰ ਹੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜਾਓ ਕਾਲ ਕਿਰਪਾ ਕਰਾਏ। ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ। ਸਿਮਰਤ ਵੇਦ ਪੁਰਾਣ, ਪੁਕਾਰਨ ਪੋਥੀਆ। ਨਾਮ ਬਿਨਾ ਸਭ ਕੂੜ, ਗਾਲੀ ਹੋਛੀਆ। ਨਾਮ ਨਿਦਾਨ ਪਾਰ, ਭਗਤਾ ਮਨ ਵਸੈ। ਜਨਮ ਮਰਨ ਮੋਹ ਦੁਖ, ਸਾਧੂ ਸੰਗ ਨਸੈ। ਰਹਾਉ ਮੋਹਿ ਬਾਦ ਅਹੰਕਾਰ, ਸਰ ਪਰ ਰੁਨਿਆ। ਸੁਖ ਨ ਪਾਇਨ ਮੂਲ, ਨਾਮ ਬਿਸ਼ੁਨਿਆ। ਮੇਰੀ ਮੇਰੀ ਧਾਰ, ਬੰਧਨ ਬੰਧਿਆ। ਨਰਕ ਸੁਰਗ ਅਵਤਾਰ, ਮਾਇਆ ਧੰਦਿਆ। ਸੋਧਤ ਸੋਧਤ ਸੋਧ, ਤਤ ਵਿਚਾਰਿਆ। ਨਾਮ ਬਿਨਾ ਸੁਖ ਨਾਹਿ, ਸਰ ਪਰ ਹਾਰਿਆ। ਆਵਹਿ ਜਾਹੇ ਅਨੇਕ, ਮਰ ਮਰ ਜਨਮ ਤੇ। ਬਿਨ ਬੂਝੇ ਸਭ ਬਾਦ, ਜੋਨੀ ਭਰਮ ਤੇ। ਜਿਨ ਕੋ ਭਏ ਦਇਆਲ, ਤਿਨ ਸਾਧੂ ਸੰਗ ਭਇਆ। ਅੰਮ੍ਰਿਤ ਹਰਿ ਕਾ ਨਾਮ, ਤਿਨੀ ਜਨੀ ਜਪ ਲਿਆ। ਖੋਜਹਿ ਕੋਟ ਸੰਖ, ਬਹੁਤ ਅਨੰਤ ਕੇ। ਜਿਸ ਬੁਝਾਏ ਆਪ, ਨੇੜਾ ਤਿਸ ਹੈ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਇਹੋ। ਸਿਮਰਤ ਵੇਦ ਪੁਰਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲ ਯੁਗ ਕੇ ਤਾਰਨਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ, ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ।
ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਿੰਘ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਅੱਜ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਆਗਮਨ ਪੁਰਬ ਹੈ। ਸੰਖੇਪ ਰੂਪ ਦੇ ਵਿੱਚ ਵਿਚਾਰ ਕਰਕੇ ਫਿਰ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਾਂਗੇ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਸਤਿਗੁਰੂ ਜੀ ਦਾ ਆਗਮਨ ਸੰਮਤ 1678 ਬਿਕਰਮੀ ਵੈਸਾਖ ਸੁਦੀ ਪੰਚਮੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਗੁਰੂ ਕੇ ਮਹਿਲ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਜੀ ਦਾ ਜੋ ਪਵਿੱਤਰ ਯਾਦਗਾਰ ਅਸਥਾਨ ਬਣਿਆ ਹੋਇਆ ਗੁਰੂ ਕੇ ਮਹਿਲ, ਮੀਰੀ ਪੀਰੀ ਦੇ ਮਾਲਿਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਔਰ ਮਾਤਾ ਜੀ ਮਾਤਾ ਨਾਨਕੀ ਜੀ ਦੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਸਾਧ ਸੰਗਤ ਜੀ, ਭਾਵੇਂ ਸਤਿਗੁਰੂ ਜੀ ਦੇ 5 ਸਾਹਿਬਜ਼ਾਦੇ ਨੇ, ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੰਘ ਜੀ ਦੇ ਸਭ ਤੋਂ ਵੱਡੇ ਹਨ ਬਾਬਾ ਗੁਰਦਿੱਤਾ ਜੀ, ਔਰ ਇਸੇ ਪ੍ਰਕਾਰ ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਤੇ ਸਭ ਤੋਂ ਛੋਟੇ ਥਾਂ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਿੰਘ ਜੀ ਹਨ। ਸਤਿਗੁਰੂ ਜੀ ਦੀ ਇੱਕ ਸਪੁੱਤਰੀ ਹੈ ਬੀਬੀ ਵੀਰੋ ਜੀ। ਗਰੀਬ ਨਵਾਜ ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਘਰ ਦੇ ਵਿੱਚ ਜਿਸ ਸਮੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਸੰਗਤ ਜੀ ਇਤਿਹਾਸ ਅੰਦਰ ਬਚਨ ਆਉਂਦੇ ਆ ਕਿ ਆਉਣ ਵਾਲਾ ਸਮਾਂ ਜਾਣ ਕਰਕੇ ਦੇਵੀ ਸ਼ਕਤੀਆਂ ਆਕਾਸ਼ ਦੇ ਵਿੱਚ ਬੱਦਲਾਂ ਦੀ ਤਰ੍ਹਾਂ ਮੰਡਰਾ ਰਹੀਆਂ ਸਨ ਕਿ ਜਿਨ੍ਹਾਂ ਨੇ ਧਰਤੀ ਤੇ ਪਾਏ ਹੋਏ ਜ਼ੁਲਮ ਦੇ ਬੋਝ ਨੂੰ ਠੱਲ ਪਾਉਣੀ ਹੈ, ਤਪਦੀ ਹੋਈ ਲੋਹ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਠੱਲ ਪਾ ਕਰਕੇ ਠੰਡਿਆ ਕਰਨਾ, ਸੰਸਾਰ ਦੇ ਅੰਦਰ ਠੰਡ ਦਾ ਵਰਤਾਰਾ ਵਰਤਾਵਣਾ। ਐਸੀ ਉਹ ਮਹਾਨ ਰੱਬੀ ਰੂਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦਾ ਰੂਪ ਹੋ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੋਣ ਵਾਲੀ ਹੈ। ਆਕਾਸ਼ ਦੇ ਵਿੱਚ ਬੱਦਲਾਂ ਦੀ ਤਰ੍ਹਾਂ ਸਭ ਦੇਵੀ ਸ਼ਕਤੀਆਂ ਸਾਧ ਸੰਗਤ ਜੀ ਪ੍ਰਗਟ ਹੋ ਕਰਕੇ ਮਹਾਰਾਜ ਸਾਹਿਬ ਜੀ ਦੇ ਆਗਮਨ ਦੇ ਸਮੇਂ ਜਿਨ੍ਹਾਂ ਨੇ ਬੜੇ ਪਿਆਰ ਵਿੱਚ ਭੇਜ ਕਰਕੇ ਸੱਚੇ ਪਾਤਸ਼ਾਹ ਜੀ ਦੇ ਫੁੱਲਾਂ ਦੀ ਵਰਖਾ ਕੀਤੀ ਹੈ, ਜਿੱਥੇ ਗੁਰੂ ਕੇ ਮਹਿਲ ਅਸਥਾਨ ਬਣਿਆ, ਸਤਿਗੁਰੂ ਜੀ ਦੀ ਯਾਦਗਾਰ ਜਿੱਥੇ ਸਤਿਗੁਰਾਂ ਦਾ ਆਗਮਨ ਹੋਇਆ, ਉਸ ਅਸਥਾਨ ਤੇ ਸਾਧ ਸੰਗਤ ਜੀ ਬਹੁਤ ਭਾਰੀ ਫੁੱਲਾਂ ਦੀ ਮਹਿਕ ਆ ਰਹੀ ਸੀ। ਇਧਰ ਗੁਲੇਲ ਆਦਿਕ ਇਹਨਾਂ ਦੀ ਮਹਿਕ ਆ ਰਹੀ ਸੀ। ਪਤਾ ਨਹੀਂ ਸੀ ਸਿੱਖਾਂ ਨੂੰ ਲੱਗਦਾ ਕਿ ਕਿੱਥੋਂ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ, ਫਿਰ ਕਿੰਨੇ ਸੋਹਣੇ ਢੰਗ ਦੇ ਨਾਲ ਇਹ ਫੁੱਲ ਤਿਆਰ ਹੋਏ ਹੈ। ਬਹੁਤ ਹੀ ਸੁੰਦਰ ਫੁੱਲ ਹਨ ਜਿਨ੍ਹਾਂ ਫੁੱਲਾਂ ਦੀ ਵਰਖਾ ਹੋ ਰਹੀ, ਪਰ ਕਰ ਕੌਣ ਰਿਹਾ ਕਿਸੇ ਸਿੱਖਾਂ ਨੂੰ ਪਤਾ ਨਹੀਂ ਸੀ ਚੱਲਦਾ ਪਿਆ। ਔਰ ਜਿੰਨੇ ਵੀ ਨਗਰ ਦੇ ਲੋਕ ਹਨ ਸਿੱਖ ਸੰਗਤਾਂ ਨੇ, ਤਿੰਨਾਂ ਨੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੂੰ ਆ ਕਰਕੇ ਵਧਾਈਆਂ ਦਿੱਤੀਆਂ ਨੇ। ਮਾਤਾ ਦਮੋਦਰੀ ਜੀ ਤੇ ਮਾਤਾ ਮਰਵਾਹੀ ਜੀ, ਉਹ ਵੀ ਗਰੀਬ ਨਵਾਜ ਗੁਰੂ ਦੇਵ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਕੇ ਬੇਨਤੀ ਕਰਕੇ ਦੱਸਦੇ ਨੇ, ਮਹਾਰਾਜ
ਆਪ ਜੀ ਦੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ। ਗਰੀਬ ਨਵਾਜ ਆਪ ਜੀ ਨੂੰ ਵਧਾਈ ਹੋਵੇ ਮਹਾਰਾਜ। ਆਓ ਆ ਕਰਕੇ ਆਪ ਜੀ ਨਾਮਕਰਨ ਕਰ ਦੇਣਾ ਕਰੋ। ਜਦੋਂ ਸੰਗਤ ਜੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਆਏ ਇਹਨਾਂ ਮਹਿਲਾਂ ਦੇ ਵਿੱਚ, ਉਸ ਸਮੇਂ ਸਤਿਗੁਰੂ ਜੀ ਆਪਣੇ ਸਾਹਿਬਜ਼ਾਦੇ ਵੱਲ ਦੇਖ ਕਰਕੇ ਮੁਸਕਰਾਏ ਹੈ। ਤੇ ਗਰੀਬ ਨਵਾਜ ਸਤਿਗੁਰੂ ਜੀ ਦੇ ਨਾਲ ਭਾਈ ਵਿਧਿਆ ਜੀ ਹੈ, ਹੋਰ ਵੀ ਪਿਆਰੇ ਗੁਰਸਿੱਖ ਨੇ, ਤੇ ਦੇਖ ਦੇਖ ਕਰਕੇ ਬਹੁਤ ਹੈਰਾਨ ਹੋ ਰਹੇ ਨੇ। ਸਤਿਗੁਰੂ ਜੀ ਬੜੇ ਖੇਡ ਖੜਾ ਕੇ ਹੱਸੇ ਹੈ ਮਹਾਰਾਜ ਆਪਣੇ ਸਾਹਿਬਜ਼ਾਦੇ ਵੱਲ ਦੇਖ ਕਰਕੇ। ਕਵੀ ਰਾਜ ਜੀ ਨੇ ਸਤਿਗੁਰੂ ਜੀ ਦੇ ਚਿਹਰੇ ਦਾ ਨੂਰ ਦਰਸਾਇਆ। ਕਹਿੰਦੇ ਕਿ ਚੜ੍ਹਦੇ ਸੂਰਜ ਦੀ ਤਰ੍ਹਾਂ ਮਹਾਰਾਜ ਸਾਹਿਬ ਜੀ ਦਾ ਦਮਕਾ ਮਾਰਦਾ ਹੋਇਆ ਚਿਹਰੇ ਦਾ ਨੂਰ ਸੀਗਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ। ਔਰ ਨੇਤਰਾਂ ਵਿੱਚ ਇਉਂ ਪ੍ਰਤੀਤ ਹੁੰਦਾ ਕਿ ਜਿਵੇਂ ਕਰੁਣਾ ਭਰੀ ਹੋਵੇ, ਜਿਸ ਵੱਲ ਵੀ ਨਿਗਾਹ ਭਰ ਕੇ ਮਹਾਰਾਜ ਦੇਖਦੇ ਹੈ ਜਿਵੇਂ ਅੰਮ੍ਰਿਤ ਹੀ ਵਰਸ ਰਿਹਾ ਹੋਵੇ। ਚੌੜਾ ਮਸਤਕ ਹੈ ਔਰ ਬਹੁਤ ਭਾਰੀ ਪ੍ਰਤਾਪ ਸਤਿਗੁਰੂ ਜੀ ਦੇ ਮਸਤਕ ਦਾ ਨਜ਼ਰ ਆਉਂਦਾ ਹੈ। ਤੇ ਜਦੋਂ ਸਤਿਗੁਰੂ ਜੀ ਮਹਿਲਾਂ ਵਿੱਚ ਆਏ ਨੇ ਤੇ ਮਾਤਾ ਜੀ ਨੇ ਸਤਿਗੁਰੂ ਜੀ ਦੇ ਹੱਥਾਂ ਵਿੱਚ ਸਾਹਿਬਜ਼ਾਦੇ ਜੀ ਨੂੰ ਫੜਾਇਆ, ਆਪਣੀ ਗੋਦ ਦੇ ਵਿੱਚ ਬਿਠਾ ਕਰਕੇ। ਨਾਲੇ ਤਾਂ ਮਹਾਰਾਜ ਮੁਸਕਰਾ ਰਹੇ ਨੇ, ਸਤਿਗੁਰੂ ਜੀ ਆਪਣੇ ਸਾਹਿਬਜ਼ਾਦੇ ਦੇ ਸੀਸ 'ਤੇ ਮਿਹਰ ਭਰਿਆ ਹੱਥ ਫੇਰ ਰਹੇ ਹੈ। ਔਰ ਉਸ ਸਮੇਂ ਗਰੀਬ ਨਵਾਜ ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਮਾਤਾ ਜੀ ਦੀ ਬੇਨਤੀ ਕਰਨੇ ਤੇ ਨਾਮਕਰਨ ਰੱਖਿਆ ਤੇਗ ਬਹਾਦਰ। ਇਤਿਹਾਸ ਦੇ ਅੰਦਰ ਤੇਗ ਮੱਲ ਵੀ ਸਾਰੀ ਸੰਗਤ ਜੀ ਆਉਂਦਾ। ਮਹਾਰਾਜ ਜੀ ਨੇ ਸ੍ਰੀ ਤੇਗ ਬਹਾਦਰ ਨਾਮ ਰੱਖਿਆ ਆਪਣੇ ਸਾਹਿਬਜ਼ਾਦੇ ਦਾ। ਤੇ ਜਿੱਥੇ ਮਾਤਾਵਾਂ ਪ੍ਰਸੰਨ ਹੋਈਆਂ ਨੇ, ਸਿੱਖ ਸੰਗਤਾਂ ਵੀ ਸੁਣ ਕਰਕੇ ਬਹੁਤ ਪ੍ਰਸੰਨ ਹੋ ਰਹੀਆਂ ਨੇ। ਬਾਰ ਬਾਰ ਆਪਣੇ ਸਾਹਿਬਜ਼ਾਦੇ ਦੇ ਚਿਹਰੇ ਵੱਲ ਦੇਖ ਕਰਕੇ ਮਹਾਰਾਜ ਮੁਸਕਰਾਉਂਦੇ ਨੇ। ਤੇ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਾਤਾ ਜੀ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਭਾਵੇਂ 4 ਸਾਹਿਬਜ਼ਾਦੇ ਇਹਨਾਂ ਤੋਂ ਵੱਡੇ ਹੈ, ਮਹਾਰਾਜ ਇੰਨੇ ਪਿਆਰ ਦੇ ਨਾਲ ਉਹਨਾਂ ਦੇ ਸੀਸ 'ਤੇ ਆਪ ਜੀ ਨੇ ਹੱਥ ਨਹੀਂ ਕਦੇ ਮਹਾਰਾਜ ਫੇਰਿਆ। ਤੇ ਫਿਰ ਮੁਸਕਰਾਉਂਦੇ ਵੀ ਪਏ, ਮਹਾਰਾਜ ਦਾ ਕਾਰਨ ਕੀ ਹੈ? ਗਰੀਬ ਨਵਾਜ ਆਪ ਜੀ ਬੜੇ ਗਹੁ ਦੇ ਨਾਲ ਇਹਨਾਂ ਨੂੰ ਤੱਕਦੇ ਹੋ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੱਗੋਂ ਜਵਾਬ ਦਿੱਤਾ ਸੀ, ਹੇ ਨਾਨਕੀ ਜੀ, ਅਸੀਂ ਇਸ ਕਰਕੇ ਨਹੀਂ ਹੱਸਦੇ ਕਿ ਸਾਡੇ ਤੋਂ ਸਭ ਤੋਂ ਛੋਟਾ ਸਾਹਿਬਜ਼ਾਦਾ ਨਹੀਂ। ਆਉਣ ਵਾਲੇ ਸਮੇਂ ਵਿੱਚ ਬਹੁਤ ਭਾਰੀ ਇਹਨਾਂ ਦੇ ਜਿਹੜਾ ਕਾਰਜ ਕਰਨ ਵਾਲੇ, ਜਿਹੜੇ ਕਾਰਜ ਦੀਆਂ ਪੰਡਾਂ ਇਹਨਾਂ ਨੇ ਆਪਣੇ ਸੀਸ 'ਤੇ ਚੱਕਣੀਆਂ ਨੇ, ਬਹੁਤ ਭਾਰੀਆਂ ਜ਼ਿੰਮੇਵਾਰੀਆਂ ਇਹਨਾਂ ਨੇ ਨਿਭਾਉਣੀਆਂ ਨੇ। ਇਸ ਕਰਕੇ ਇਹਨਾਂ ਦੇ ਚਿਹਰੇ ਵੱਲ ਦੇਖ ਕਰਕੇ ਅਸੀਂ ਮੁਸਕਰਾਉਂਦੇ ਹਾਂ। ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਗੁਰਿਆਈ ਤਖਤ 'ਤੇ ਬੈਠਣਾ, ਜੋ ਹੋਰ ਵੱਡੇ 4 ਸਾਹਿਬਜ਼ਾਦਿਆਂ ਦੇ ਪਾਸ ਉਹ ਗੁਣ ਨਹੀਂ ਹਨ, ਉਹ ਸ਼ਕਤੀ ਨਹੀਂ ਹੈ ਕਿ ਇਸ ਗੁਰਿਆਈ ਦੇ ਤਖਤ 'ਤੇ ਬੈਠ ਕਰਕੇ ਸਿੱਖ ਸੰਗਤਾਂ ਦਾ ਉਧਾਰ ਕਰ ਸਕਣ। ਮਹਾਰਾਜ ਜੀ ਦੇ ਐਸੇ ਬਚਨਾਂ ਨੂੰ ਸੁਣ ਕਰਕੇ ਮਾਤਾ ਨਾਨਕੀ ਜੀ ਬਹੁਤ ਮੁਸਕਰਾਏ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਇੱਛਾ ਸੀ ਕਿ ਮੇਰੀ ਕੁੱਖ ਤੋਂ ਜੇ ਸਾਹਿਬਜ਼ਾਦੇ ਦਾ ਹੁਣ ਆਉਣ ਵਾਲੇ ਸਮੇਂ ਵੀ ਜਨਮ ਹੋਣਾ, ਉਹ ਗੁਰਿਆਈ ਤਖਤ 'ਤੇ ਬੈਠਣ ਵਾਲਾ ਸਾਹਿਬਜ਼ਾਦਾ ਹੋਵੇ। ਮਨ ਵਿੱਚ ਇੱਛਾ ਧਾਰਨ ਕਰਕੇ ਮਾਤਾ ਨਾਨਕੀ ਜੀ ਨੇ ਬਹੁਤ ਲੰਬੇਰਾ ਸਮਾਂ ਸ਼ਬਦ ਦੀ ਕਮਾਈ ਕੀਤੀ ਸੀ। ਲੰਬੇਰਾ ਸਮਾਂ ਗੁਰੂ ਕੀ ਬਾਣੀ ਦਾ ਅਭਿਆਸ ਕਰਦੇ ਰਹੇ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਹੀ ਵਰਦਾਨ ਦਿੱਤਾ ਸੀਗਾ ਕਿ ਤੁਹਾਡੀ ਕੁੱਖ ਤੋਂ ਜਿਸ ਸਾਹਿਬਜ਼ਾਦੇ ਦਾ ਆਗਮਨ ਹੋਣਾ, ਉਹ ਆਉਣ ਵਾਲੇ ਸਮੇਂ ਵਿੱਚ ਗੁਰਿਆਈ ਤਖਤ 'ਤੇ ਬੈਠ ਕਰਕੇ ਜੀਵਾਂ ਦੀ ਕਲਿਆਣ ਕਰਨਾ ਕਰੇਗਾ। ਉਹ ਬਚਨ ਪੂਰਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਸਾਹਿਬਜ਼ਾਦਾ ਜੀ ਨੂੰ ਨਾਲ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਨਮਸਕਾਰ ਕਰਵਾਈ ਜਾਵੇ। ਸਿੱਖ ਦਾਸ ਤੇ ਦਾਸੀਆਂ ਮਿਲ ਕਰਕੇ ਨਾਲ ਆਏ ਹੈ। ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕਰਕੇ ਨਮਸਕਾਰ ਕੀਤੀ ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਕਿ ਅਰਦਾਸ ਕੀਤੀ ਜਾਵੇ। ਮਹਾਰਾਜ ਜੀ ਦੇ ਸ਼ੁਕਰਾਨੇ ਵਜੋਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦਾ ਨਾਮ ਲੈ ਕੇ ਵੱਡੇ ਸਤਿਗੁਰਾਂ ਨੂੰ ਯਾਦ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਹੈ
क्योंकि संगत जी 1661 बिक्रमी भादरों सुदी एकम नूं श्री गुरु ग्रंथ साहिब महाराज जी का प्रकाश सचखंड श्री हरमंदिर साहिब विखे महाराज जी ने कर दिता सी। गुरु अर्जन देव साहिब पातशाह जी ने ते जदों मेरी पीरी दे मालक गुरु हरगोबिंद साहिब सच्चे पातशाही दे घर दे विच साहिबजादे दा आगमन होया। इतिहास अंदर जिक्र आउंदा कि सचखंड श्री हरमंदिर साहिब विच लै करके आए। बाबा बुढ़ा साहिब जी ने अरदास की ते हुक्मनामा साहिब सरवण करावना कीता है। फिर रबाबी सिख मिल करके बड़े प्यार दे नाल गुरु की बाणी दे शब्द गायन करते हैं। सच है सतगुर दी आ भेज इत्यादि के जेड़े ढुकवें शब्द रागी सिंघां ने बड़े प्यार दे विच भेज करके गायन कीते है। महाराज धन सतगुरु गुरु हरगोबिंद साहिब पातशाह जी नूं दूरों दूरों सिख संगतां करके वधाइयां दे रहीआं ने। ते जेड़े कोई मंगण वाले मंगते लोग है संगत जी, जो भी कोई आ करके महाराज जी के चरणों विचों दात मंगदा है, सतगुरु जी सब दियां झोलियां भरते ने। इन्ने ज़्यादा धन ते पदार्थ महाराज साहिब जी के घर दे विचों मंगण वाले लै करके गए है कि जिवें सारी संगत जी उमरा भर दा धन पदार्थ अनाज ही सारा सच्चे पातशाही तो मंग करके लै गए होण कि जिंदगी भर उन्होंने दोबारा कदे मंगना ना पवे। महाराज जी ने जो भी किसी के मन की इच्छा सी सब दियां इच्छावां पूरियां कीतियां ने। इतिहास अंदर जिक्र आउंदा है कि जिवें जिवें महाराज साहिब जी दिनां तो महीने ते महीनिਆਂ तो साल भाव 3 कुछ साल की आरबला हुई है, जिथे होर बच्चे दुनियावी खेडां विच मन परचा के रखते, पर सतगुरु जी का ऐसा सुभाव नहीं है। गरीब नवाज महाराज साहिब जी नेत्रां विच देखण दी ऐसी शक्ति ऐसी करुणा है कि हर एक देखण वाले मनुख का मन मोहित हो जाता। महाराज साहिब जी के स्वरूप नूं देख करके सतगुरां दे दीदार करदे ही मन नूं खिच पै जाती। ऐसा खिचवां गरीब नवाज सच्चे पातशाह जी का स्वरूप है। कवि राज भाई संतोख सिंह जी ने सारी संगत जी इतिहास अंदर जिक्र किया है। कहते हैं कि जिवें संसार की ये वित है ना कि संगत जी कोई किसी तरह के नाल अपने बच्चों की परवरिश करता, कोई किसी तरह नाल, पर सतगुरु जी के साहिबजादे जी की परवरिश हुई है ना, नाम जपण वाले बंदगी करन वाले गुरमुखां गुरसिखां के हत्थां विच परवरिश हुई है। उदां दा असर पैंदा जिद्दां दे हत्थों सार संगत जी परवरिश होवे, जिद्दां दा उन्हां दा जीवन होवे। ते सेवा ते सिमरन करन वाले प्यार वाले सिखां दे हत्थां विच परवरिश होनी है। जो दासियां भी गुरु घर दे विच सेवावां करदियां वो भी बड़ी भावना ते प्यार वालियां ने। महाराज धन गुरु तेग बहादुर साहिब सच्चे पातशाह गरीब नवाज सतगुरु जी के अंदर सारी संगत जी संपूर्ण गुण हैं। संसार के अंदर जिवें विद्वान पुरखा ने बचन कहे है ना, जननी जनै ता भगत जन कह दाता कह सूर, नहीं ता जननी बाझ रह काहे गवावै नूर। ये सारी संगत जी कहते हैं कि जे माँ ने पुत्र नूं जन्म देना है ना, वो पुत्र भगत होवे, भगत नहीं तो दानी होवे, जे दानी नहीं तो सूरमा जरूर होना करे। जे इन्हां तिन्हां गुणां दे विचों वो माँ जो पुत्र नूं जन्म देण वाली है, वो पुत्र दे कोल तिन्हां गुणां विचों एक भी नहीं है, तो फिर कहंदे कि वो माँ बाझ रह जावे, काहदे वास्ते अपने चेहरे दा नूर गवावना करदी है। तिन्हां विचों एक गुण होना बहुत जरूरी है। सारी संगत जी महाराज सच्चे पातशाही दा पवित्र जीवन पढ़ते हैं। सतगुरु जी के अंदर अथाह जिथे गुण है उत्थे प्रमुख 3 गुण महाराज साहिब जी के अंदर भरे हुए है। सतगुरु जी जैसा भगती भी कोई कुछ संसार भर दे विच नहीं है। महाराज साहिब जी वर्गा दानी भी कोई नहीं है, तो सतगुरु जी जैसा कोई सूरमा भी संसार भर विच नहीं है। इतिहास अंदर जिक्र आउंदा है कि छोटी आरबला विच ही महाराज साहिब जी परमात्मा की भगती विच लीन हो करके रहिंदे। पहला जो भगती वाला गुण है, साध संगत किन्ने किन्ने दिन महाराज कई बार एकांत जगह भी जंगल भी जाके बैठ जाना,
ਤੇ ਅਡੋਲ ਚੌਂਕੜਾ ਲਗਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਧੀ ਵਿੱਚ ਲੀਨ ਹੋ ਕਰਕੇ ਰਹਿਆ ਕਰਦੇ ਨੇ। ਤੇ ਜਦੋਂ ਮਾਤਾਵਾਂ ਨੇ ਫਿਕਰ ਕਰਨਾ, ਮਾਤਾ ਨਾਨਕੀ ਜੀ ਨੇ ਦਾਸਾਂ ਨੂੰ ਪੁੱਛਣਾ, ਦਾਸ ਤੇ ਦਾਸੀਆਂ ਨੇ ਮਿਲ ਕਰਕੇ ਮਹਾਰਾਜ ਜੀ ਨੂੰ ਲੱਭਣ ਦੇ ਵਾਸਤੇ ਜਾਣਾ, ਤੇ ਕੀ ਦੇਖਦੇ ਕਿ ਇਕਾਂਤ ਬੈਠ ਕਰਕੇ ਅਡੋਲ ਚੌਂਕੜਾ ਲਗਾ ਕੇ ਸਿਮਰਨ ਦੇ ਵਿੱਚ ਲੀਨ ਹੋ ਕੇ ਰਹਿੰਦੇ ਆ। ਜਿਵੇਂ ਪਰਾਲੀ ਹੁੰਦੀ ਹੈ ਨਾ, ਕਈ ਵਾਰ ਉਹ ਪਰਾਲੀ ਵਿਛਾ ਕਰਕੇ ਉਹਦੇ ਉੱਪਰ ਚੌਂਕੜਾ ਲਗਾ ਕਰਕੇ ਬੈਠੇ ਰਹਿਣਾ। ਤੇ ਜਿਵੇਂ ਜਲ ਪਾਣੀ ਪ੍ਰਸ਼ਾਦਾ ਆਦਿ ਛਕਾਉਣ ਦਾ ਦਾਸ ਤੇ ਦਾਸੀਆਂ ਨੂੰ ਬੜਾ ਫਿਕਰ ਹੁੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਕਵਾਨ ਕੋਈ ਭੋਜਨ ਛਕਣ ਦਾ ਵੀ ਕਦੇ ਕੋਈ ਫਿਕਰ ਨਹੀਂ ਹੁੰਦਾ। ਕਿੰਨਾ ਕਿੰਨਾ ਲੰਬੇਰਾ ਸਮਾਂ ਮਹਾਰਾਜ ਅਡੋਲ ਚੌਂਕੜਾ ਲਗਾ ਕਰਕੇ ਭਗਤੀ ਵਿੱਚ ਲੀਨ ਹੋ ਕੇ ਰਹਿੰਦੇ ਨੇ। ਛੋਟੀ ਆਰਬਲ ਵਿੱਚ ਹੀ ਮਹਾਰਾਜ ਸਾਹਿਬ ਜੀ ਅੰਦਰ ਭਗਤੀ ਦਾ ਗੁਣ ਹੈ। ਤੋ ਸੰਗਤ ਜੀ, ਜਿੱਥੇ ਭਗਤੀ ਦਾ ਗੁਣ ਹੈ ਉੱਥੇ ਇਤਿਹਾਸ ਅੰਦਰ ਜ਼ਿਕਰ ਆਉਂਦਾ ਮਹਾਰਾਜ ਸਾਹਿਬ ਜੀ ਵਰਗਾ ਦਾਨੀ ਪੁਰਖ ਵੀ ਕੋਈ ਨਹੀਂ ਹੈ। ਜਦੋਂ ਹਜੂਰ ਦੇ ਸਭ ਤੋਂ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਸੀ ਨਾ, ਸਾਧ ਸੰਗਤ ਜੀ, ਉਸ ਸਮੇਂ ਮਾਤਾਵਾਂ ਨੇ, ਮਾਤਾ ਨਾਨਕੀ ਜੀ ਨੇ, ਮਾਤਾ ਦਮੋਦਰੀ ਜੀ ਨੇ ਤੇ ਮਾਤਾ ਮਰਵਾਹੀ ਜੀ ਨੇ, ਤਿੰਨਾਂ ਮਾਤਾਵਾਂ ਨੇ ਬੜੇ ਚਾਅ ਤੇ ਪਿਆਰ ਦੇ ਨਾਲ ਪੰਜਾਂ ਹੀ ਸਾਹਿਬਜ਼ਾਦਿਆਂ ਵਾਸਤੇ ਬੜੀ ਸੋਹਣੇ ਢੰਗ ਦੇ ਨਾਲ ਬਹੁਤ ਹੀ ਮਹਿੰਗੇ ਮੁੱਲ ਵਾਲੀ ਸੁੰਦਰ ਪੋਸ਼ਾਕਾਂ ਤਿਆਰ ਕਰਵਾਈਆਂ ਨੇ, ਔਰ ਨਾਲ ਗਹਿਣੇ ਵੀ ਤਿਆਰ ਕਰਵਾਏ ਹੈ। ਤੇ ਸਾਰੀ ਸੰਗਤ ਜੀ, ਮਹਾਰਾਜ ਜੀ ਦਾ ਐਸੇ ਦਾਨੀ ਸੁਭਾਅ, ਜਦੋਂ ਸਤਿਗੁਰੂ ਜੀ ਆਪਣੇ ਭਰਾਤਾ ਦੇ ਆਨੰਦ ਕਾਰਜ ਵਾਸਤੇ, ਵਿਆਹ ਵਾਸਤੇ ਜਾ ਰਹੇ ਹੈ ਨਾ, ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਗਰੀਬ ਬ੍ਰਾਹਮਣ ਆਪਣੇ ਮਨ ਵਿੱਚ ਇੱਛਾ ਧਾਰਨ ਕਰਕੇ ਬੈਠਾ ਹੋਇਆ ਸੀ ਰਸਤੇ ਦੇ ਵਿੱਚ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦਾ ਸਭ ਤੋਂ ਛੋਟੇ ਸਾਹਿਬਜ਼ਾਦਾ, ਉਹਦਾ ਸੁਭਾਅ ਬੜਾ ਦਾਨੀਆਂ ਵਾਲਾ ਹੈ। ਉਹਨਾਂ ਦਾ ਸੁਭਾਅ ਬਹੁਤ ਵੱਡਾ ਦਾਨੀਆਂ ਵਾਲਾ ਹੈ। ਤੇ ਜੋ ਵੀ ਕੁਝ ਉਹਨਾਂ ਦੇ ਕੋਲ ਹੁੰਦਾ, ਜੇ ਕੋਈ ਮੰਗ ਲਵੇ ਤੇ ਕਦੇ ਦੇਣ ਲੱਗਿਆਂ ਦੇਰ ਨਹੀਂ ਕਰਦੇ, ਤਤਕਾਲ ਉਸੇ ਸਮੇਂ ਦੇ ਦਿੰਦੇ ਹੈ। ਤੇ ਉਹ ਬ੍ਰਾਹਮਣ ਲੰਬੇਰੇ ਸਮੇਂ ਤੋਂ ਮਹਾਰਾਜ ਜੀ ਨੂੰ ਯਾਦ ਕਰਦਾ ਹੈ ਕਿ ਮਹਾਰਾਜ ਆਪ ਕਿਰਪਾ ਕਰਕੇ ਮੇਰੇ ਮਨ ਦੀ ਮੁਰਾਦ ਪੂਰੀ ਕਰ ਦੇਵੋ। ਜਦੋਂ ਸਤਿਗੁਰੂ ਜੀ ਕੋਲੋਂ ਲੰਘ ਰਹੇ ਤੇ ਪਹਿਲਾਂ ਉੱਠ ਕੇ ਚਰਨਾਂ ਤੇ ਨਮਸਕਾਰ ਕੀਤੀ ਬੜੇ ਅਦਬ ਦੇ ਨਾਲ। ਤੇ ਆਰਬਲਾ ਭਾਵੇਂ ਮਹਾਰਾਜ ਸਾਹਿਬ ਜੀ ਦੀ ਛੋਟੀ ਹੈ ਤੇ ਉਹ ਬ੍ਰਾਹਮਣ ਵਡੇਰੀ ਉਮਰ ਦਾ, ਨਮਸਕਾਰ ਕਰਕੇ ਫਿਰ ਅਸੀਸ ਵੀ ਦਿੱਤੀ ਹੈ ਕਿ ਗੁਰੂ ਕੇ ਸਾਹਿਬਜ਼ਾਦੇ ਆਪ ਜੀ ਦੁਰਸਤ ਰਹੋ, ਸਲਾਮਤ ਰਹੋ। ਉਹ ਬ੍ਰਾਹਮਣ ਵਡੇਰੀ ਆਰਬਲਾ ਹੋਣੇ ਕਰਕੇ ਮਹਾਰਾਜ ਜੀ ਨੂੰ ਸਾਰੀ ਸੰਗਤ ਜੀ ਅਸੀਸਾਂ ਵੀ ਦਿੰਦਾ। ਤੇ ਜਦੋਂ ਮਹਾਰਾਜ ਸਾਹਿਬ ਜੀ ਦੇ ਕੋਲ ਬੇਨਤੀ ਕੀਤੀ ਹੈ, ਮਹਾਰਾਜ ਮੇਰੇ ਮਨ ਦੀ ਇੱਛਾ ਹੈ, ਆਪਣੀ ਸੁੰਦਰ ਪੋਸ਼ਾਕ ਕਿਰਪਾ ਕਰਕੇ ਦੇ ਦੇਵੋ। ਤੇ ਜਿਹੜੇ ਤਨ ਤੇ ਗਹਿਣੇ ਮਹਾਰਾਜ ਜੀ ਨੇ ਪਾਏ ਹੋਏ ਸਨ, ਹੱਥਾਂ ਵਿੱਚ ਸੋਨੇ ਦੇ ਕੰਗਣ ਸਨ, ਸਾਰੀ ਸੰਗਤ ਜੀ ਉਹ ਵੀ ਲਾ ਕਰਕੇ ਦੇ ਦਿੱਤੇ। ਮਹਿੰਗੇ ਮੁੱਲ ਵਾਲੀ ਸੁੰਦਰ ਪੋਸ਼ਾਕ ਵੀ ਮਹਾਰਾਜ ਸਾਹਿਬ ਜੀ ਨੇ ਲਾ ਕਰਕੇ ਗਰੀਬ ਬ੍ਰਾਹਮਣ ਨੂੰ ਦੇ ਕੇ ਉਹਦੀ ਗਰੀਬੀ ਦੂਰ ਕਰ ਦਿੱਤੀ ਹੈ। ਐਸੇ ਮਹਾਰਾਜ ਸੱਚੇ ਪਾਤਸ਼ਾਹ ਤਿਆਗ ਦੇ ਮੂਰਤ ਤੇ ਦਾਨੀ ਸਤਿਗੁਰੂ ਜੀ ਹੈ। ਮਹਾਰਾਜ ਸਾਹਿਬ ਜੀ ਵਰਗਾ ਦਾਨੀ ਵੀ ਕੋਈ ਨਹੀਂ ਸੰਗਤ ਜੀ। ਤੇ ਜੇ ਕਿਤੇ ਇੱਕ ਡੂਮ ਮਹਾਰਾਜ ਜੀ ਨੂੰ ਯਾਦ ਕਰਦਾ, ਇੱਕ ਦਿਨ ਸਤਿਗੁਰੂ ਜੀ ਸ਼ਸਤਰ ਧਾਰੇ ਸਨਦ ਬਰ ਤਿਆਰ ਹੋ ਕਰਕੇ ਘੋੜੇ ਤੇ ਅਸਵਾਰ ਹੋ ਕੇ ਮਹਾਰਾਜ ਬਾਹਰ ਜਾ ਰਹੇ ਨੇ। ਆਰਬਲਾ ਭਾਵੇਂ ਛੋਟੀ ਹੈ, ਕਿਉਂਕਿ ਸੰਗਤ ਜੀ ਘਰ ਦੇ ਵਿੱਚੋਂ ਵੀ ਸੰਸਕਾਰ ਉੱਦਾਂ ਦੇ ਮਿਲਦੇ ਜਿੱਦਾਂ ਦਾ ਪ੍ਰਭਾਵ ਹੁੰਦਾ। ਤੇ ਸਤਿਗੁਰੂ ਜੀ ਦੇ ਪਿਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦੇ ਮੀਰੀ ਤੇ ਮੀਰੀ ਦੀਆਂ ਪੀਰੀ ਦੀਆਂ 2 ਸ਼ਮਸ਼ੀਰਾਂ ਨੂੰ ਧਾਰਨ ਕੀਤਾ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕੀਤੀ ਹੈ। ਹੁਕਮ ਕੀਤਾ ਸੰਗਤ ਦੇ ਵਿੱਚ ਕਿ ਬਹੁ ਗਿਣਤੀ ਵਿੱਚ ਸਿੱਖ ਸੂਰਮੇ ਸਾਡੇ ਚਰਨਾਂ ਵਿੱਚ ਭੇਟ ਕੀਤੇ ਜਾਣ। ਜਿੱਥੇ ਢਾਡੀ ਜਨ ਸਾਧ ਸੰਗਤ ਜੀ ਢਾਡੀ ਵਾਰਾਂ ਵੀਰਸੀ ਵਾਰਾਂ ਗਾ ਗਾ ਕਰਕੇ ਨਿਹਾਲ ਕਰਦੇ ਹੈ, ਸੂਰਮਿਆਂ ਦਾ ਉਤਸ਼ਾਹ ਵਧਾਉਂਦੇ ਨੇ। ਉੱਥੇ ਚੰਗੀ ਚੰਗੀ ਨਸਲ ਦੇ ਘੋੜੇ, ਚੰਗੀ ਜਾਤ ਦੇ ਸ਼ਸਤਰ ਸਿੱਖ ਸੰਗਤਾਂ ਭੇਟ ਕਰਦੀਆਂ। ਇਹ ਸਾਰਾ ਕੁਝ ਮਹਾਰਾਜ ਆਪਣੇ ਨੇਤਰਾਂ ਦੇ ਨਾਲ ਦੇਖਦੇ ਹਨ। ਜਿੱਥੇ ਮਹਾਰਾਜ ਜੀ ਦੇ ਬਹੁਤ ਵੱਡੇ ਵੱਡੇ ਪਹਿਲਵਾਨ ਸੂਰਮੇ ਸ਼ਸਤਰਧਾਰੀ ਸ਼ਸਤਰਾਂ ਦੇ ਨਾਲ ਹਰ ਸਮੇਂ ਤਿਆਰ ਹੋ ਕਰਕੇ ਰਹਿੰਦੇ, ਕਿਤੇ ਘੋੜਿਆਂ ਤੇ ਅਸਵਾਰੀਆਂ ਕਰਦੇ। ਛੋਟੀ ਆਰਬਲਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਨੇਤਰਾਂ ਦੇ ਨਾਲ ਦੇਖਦਿਆਂ ਇਹ ਸਾਰੇ ਗੁਣ ਸਾਧ ਸੰਗਤ ਜੀ ਸਾਰੇ ਚੰਗੇ ਸੰਸਕਾਰ ਪ੍ਰਾਪਤ ਕਰ ਲਏ ਸਨ।
ਛੋਟੀ ਆਰਬਲ ਹੈ। ਤੇ ਗਰੀਬ ਨਵਾਜ ਮਹਾਰਾਜ ਘੋੜੇ ਤੇ ਅਸਵਾਰ ਹੋ ਕਰਕੇ ਸ਼ਸਤਰਧਾਰੀ ਹੋ ਕੇ ਬਾਹਰ ਜਾ ਰਹੇ। ਇੱਕ ਡੂਮ ਸਾਧ ਸੰਗਤ ਜੀ ਮਰਾਸੀ ਜਾਤ ਦਾ, ਉਹਨੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਗਰੀਬ ਨਵਾਜ ਮੇਰੀ ਝੋਲੀ ਵਿੱਚ ਵੀ ਖੈਰ ਪਾ ਦੇਣਾ ਕਰੋ। ਇਤਿਹਾਸ ਅੰਦਰ ਜ਼ਿਕਰ ਆਉਂਦਾ ਮਹਾਰਾਜ ਜੀ ਨੇ ਉਹ ਘੋੜਾ ਤੇ ਜਿੰਨੇ ਸ਼ਸਤਰ ਧਾਰਨ ਕੀਤੀ ਸੀ ਨਾ, ਉਹ ਮਰਾਸੀ ਨੂੰ ਦੇ ਦਿੱਤੇ ਕਿ ਜੋ ਵੀ ਸਾਡੇ ਕੋਲ ਆ ਉਹ ਤੈਨੂੰ ਦੇ ਦਿੰਦੇ ਆ। ਐਸੇ ਮਹਾਰਾਜ ਤਿਆਗ ਦੇ ਮੂਰਤ ਸਤਿਗੁਰੂ ਜੀ ਹੈ। ਸਦਾ ਹੀ ਗਰੀਬ ਨਵਾਜ ਸਤਿਗੁਰੂ ਜੀ ਵੈਰਾਗ ਦੀ ਅਵਸਥਾ ਵਿੱਚ ਰਹਿੰਦੇ ਹਨ। ਤਾਂ ਹੀ ਸਾਧ ਸੰਗਤ ਜੀ ਕਿਹਾ ਜਾਂਦਾ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੈਰਾਗ ਦੀ ਮੂਰਤ ਸਤਿਗੁਰੂ ਜੀ ਹੈ। ਵਿਦਵਾਨ ਜਨਾਂ ਨੇ ਇਉਂ ਕਹਿਆ, ਕਹਿੰਦੇ ਹਨ ਕਿ ਇਉਂ ਪ੍ਰਤੀਤ ਹੁੰਦਾ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਪੜ੍ਹ ਕੇ ਕਿ ਜਿਵੇਂ ਵੈਰਾਗ ਦਾ ਜਨਮ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਤੋਂ ਹੋਇਆ ਹੋਵੇ। ਇੰਨਾ ਭਾਰੀ ਵੈਰਾਗ ਸਦਾ ਹੀ ਮਹਾਰਾਜ ਧਾਰਨ ਕਰਕੇ ਰੱਖਦੇ ਨੇ। ਤੇ ਸੰਗਤ ਜੀ, ਜਿੱਥੇ ਭਗਤ ਔਰ ਦੂਜਾ ਦਾਨੀ ਦਾ ਸਭ ਤੋਂ ਵੱਡਾ ਗੁਣ ਹੈ, ਉੱਥੇ ਸੂਰਮਤਾਈ ਦਾ ਗੁਣ ਮਹਾਰਾਜ ਸੱਚੇ ਪਾਤਸ਼ਾਹੀ ਦੇ ਅੰਦਰ ਵੀ ਬਹੁਤ ਵੱਡਾ ਹੈ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਨੇ ਜੀਵਨ ਦੇ ਅੰਦਰ 4 ਜੰਗਾਂ ਲੜੀਆਂ ਨੇ। 4 ਪਹਿਲੀ ਸਾਧ ਸੰਗਤ ਜੀ ਲੋਹਗੜ੍ਹ ਦੀ ਜੰਗ ਹੋਈ, ਫਿਰ ਗੁਰੂ ਹਰਗੋਬਿੰਦਪੁਰੇ ਜਿਹੜੀ ਜੰਗ ਹੋਈ ਹੈ ਸੱਚੇ ਪਾਤਸ਼ਾਹ ਜੀ ਦੀ, ਸਾਧ ਸੰਗਤ ਜੀ ਤੀਜੀ ਗੁਰੂ ਸਰ ਮਹਾਰਾਜ ਦੀ, ਤੇ ਚੌਥੀ ਸ੍ਰੀ ਕਰਤਾਰਪੁਰ ਸਾਹਿਬ ਦੀ ਜੰਗ ਹੋਈ ਹੈ। ਕਰਤਾਰਪੁਰ ਸਾਹਿਬ ਦੀ ਚੌਥੀ ਤੇ ਅਖੀਰਲੀ ਜੰਗ ਦੇ ਵਿੱਚ ਜਿੱਥੇ ਮਹਾਰਾਜ ਜੀ ਦੇ ਬੜੇ ਬਹਾਦਰ ਸੂਰਮੇ ਸਾਧ ਸੰਗਤ ਜੀ ਮੈਦਾਨੇ ਜੰਗ ਦੇ ਵੀ ਦੁਸ਼ਮਣਾਂ ਦੇ ਨਾਲ ਲੜ ਕਰਕੇ ਦੁਸ਼ਮਣਾਂ ਦੇ ਆਹੂ ਲਾਉਂਦੇ ਆ ਨਾ। ਔਰ ਉੱਥੇ ਬਾਬਾ ਗੁਰਦਿੱਤਾ ਜੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੇਠੇ ਪੁੱਤਰ, ਉਹਨਾਂ ਨੇ ਬੜੀ ਵੀਰਤਾ ਦੇ ਨਾਲ ਮੈਦਾਨੇ ਜੰਗ ਵਿੱਚ ਲੜਨਾ ਕੀਤਾ। ਤੇ ਸਤਿਗੁਰੂ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਸਮੇਂ ਲਗਭਗ 13 ਕੁ ਸਾਲ ਦੀ ਆਰਬਲ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਸਤਿਗੁਰੂ ਜੀ ਦੀ ਸਨਮੁਖ ਹੋ ਕੇ ਆ ਕੇ ਬੇਨਤੀ ਕਰਦੇ ਨੇ, ਗਰੀਬ ਨਵਾਜ ਇਹ ਪਿਤਾ ਜੀ ਆਪ ਜੀ ਤੋਂ ਕੁਝ ਮੰਗਣਾ ਚਾਹੁੰਦਾ ਹੈ। ਅੰਤਰਜਾਮੀ ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤੇ, ਕਹਿਣ ਲੱਗੇ ਸਾਹਿਬਜ਼ਾਦਾ ਜੀ ਅੱਜ ਤੱਕ ਤੁਸੀਂ ਕੁਝ ਮੰਗਿਆ ਨਹੀਂ, ਕੀ ਮੰਗਣਾ ਚਾਹੁੰਦੇ ਹੋ ਮੰਗ ਲਓ, ਤੁਹਾਡੀ ਇੱਛਾ ਪੂਰੀ ਹੋਵੇਗੀ। ਹੱਥ ਜੋੜ ਕੇ ਸੀਸ ਨਵਾ ਕੇ ਬੇਨਤੀ ਕੀਤੀ, ਮਹਾਰਾਜ ਜਿਵੇਂ ਆਪ ਜੀ ਦੇ ਪਿਆਰੇ ਸਿੱਖ ਬੜੀ ਵੀਰਤਾ ਨਾਲ ਮੈਦਾਨੇ ਜੰਗ ਵੀ ਦੁਸ਼ਮਣਾਂ ਦੇ ਨਾਲ ਯੁੱਧ ਕਰ ਰਹੇ ਹੈ, ਮਹਾਰਾਜ ਸਾਡੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਬੜੀ ਵੀਰਤਾ ਨਾਲ ਲੜ ਰਹੇ ਹੈ, ਮਹਾਰਾਜ ਇਸੇ ਤਰ੍ਹਾਂ ਸਾਨੂੰ ਵੀ ਆਗਿਆ ਦੇਵੋ। ਦੁਸ਼ਮਣਾਂ ਦੇ ਨਾਲ ਸੱਚੇ ਪਾਤਸ਼ਾਹ ਸੇ ਵੀ ਮੈਦਾਨੇ ਜੰਗ ਵਿੱਚ ਯੁੱਧ ਕਰਨਾ ਚਾਹੁੰਦੇ ਹਾਂ। ਸਤਿਗੁਰੂ ਜੀ ਨੇ ਘੁੱਟ ਕਰਕੇ ਛਾਤੀ ਦੇ ਨਾਲ ਲਾਇਆ ਔਰ ਛੋਟੀ ਆਰਬਲਾ ਜਾਣ ਕਰਕੇ ਮਹਾਰਾਜ ਜੀ ਨੇ ਮਸਤਕ ਚੁੰਮਿਆ ਬੜੇ ਪਿਆਰ ਦੇ ਨਾਲ। ਤੇ ਸਾਰੀ ਸੰਗਤ ਜੀ ਸੱਚੇ ਪਾਤਸ਼ਾਹੀ ਨੇ ਬਚਨ ਕੀਤਾ ਕਿ ਸਾਹਿਬਜ਼ਾਦਾ ਜੋ ਤੁਹਾਡਾ ਨਾਮ ਰੱਖੇ ਨਾ ਸ੍ਰੀ ਤੇਗ ਬਹਾਦਰ, ਅੱਜ ਤੇਗ ਦੀ ਬਹਾਦਰੀ ਵਿਖਾਉਣੀ ਹੈ ਮੈਦਾਨੇ ਜੰਗ ਦੇ ਵਿੱਚ ਜਾ ਕਰਕੇ। ਮਹਾਰਾਜ ਜੀ ਨੇ ਥਾਪੜਾ ਦੇ ਕਰਕੇ ਆਪ ਤੋਰਿਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਲਗਭਗ 1 ਲੱਖ ਦੀ ਗਿਣਤੀ ਜਿਹੜੀ ਦੁਸ਼ਮਣਾਂ ਦੀ ਚੜ੍ਹ ਕਰਕੇ ਆਈ ਸੀ। ਤੇ ਸਾਰੀ ਸੰਗਤ ਜੀ ਬਹੁਤ ਘਮਾਸਾਨ ਦਾ ਯੁੱਧ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ। ਜਦੋਂ ਮਹਾਰਾਜ ਆਪਣੇ ਹੱਥਾਂ ਵਿੱਚ ਤੇਗ ਲੈ ਕਰਕੇ ਮੈਦਾਨੇ ਜੰਗ ਦੇ ਵਿੱਚ ਉਤਰੇ ਹੈ ਨਾ, ਸੰਗਤ ਜੀ ਜਿਸ ਪਾਸੇ ਵੀ ਜਾਂਦੇ ਦੁਸ਼ਮਣਾਂ ਦੇ ਝੁੰਡ ਨੂੰ ਕੱਟਦਿਆਂ ਹੋਇਆਂ ਵੱਢਦਿਆਂ ਹੋਇਆਂ ਮੈਦਾਨੇ ਜੰਗ ਦੇ ਵਿੱਚ ਸੁੱਟਦੇ ਜਾਂਦੇ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਇਹ ਸੀਨ ਖਿੱਚਦਿਆਂ ਹੋਇਆ ਇਤਿਹਾਸ ਵਿੱਚ ਬਚਨ ਲਿਖੇ ਹੈ, ਕਹਿੰਦੇ ਇੱਕ ਵਾਰ ਇੰਨਾ ਜ਼ਿਆਦਾ ਘਮਾਸਾਨ ਦਾ ਯੁੱਧ ਮਚਾ ਦਿੱਤਾ ਮਹਾਰਾਜ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦਾ ਜੀ ਨੇ ਕਿ ਸਾਰੀ ਸੰਗਤ ਜੀ ਦੋਹਾਂ ਪਾਸਿਆਂ ਦੀਆਂ ਫੌਜਾਂ ਇੱਕ ਥਾਂ ਤੇ ਖਲੋ ਕਰਕੇ ਬੜਾ ਹੈਰਾਨ ਹੋ ਕਰਕੇ ਦੇਖ ਰਹੀਆਂ ਨੇ ਕਿ ਕਿੰਨੀ ਛੋਟੀ ਜਿਹੀ ਆਰਬਲ ਹੈ ਤੇ ਤੇਗ ਇੰਨੀ ਵੀਰਤਾ ਨਾਲ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਉੱਪਰ ਚਲਾਉਂਦੇ ਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਿਸ ਪਾਸਿਓਂ ਤੇਗ ਦਾ ਵਾਰ ਆਉਂਦਾ ਹੈ। ਕਿਸੇ ਦੀ ਧੌਣ ਕੱਟ ਦਿੰਦੇ, ਕਿਸੇ ਦੀ ਬਾਹ ਕੱਟ ਦਿੰਦੇ, ਕਿਸੇ ਦਾ ਪੇਟ ਪਾੜ ਕੇ ਧਰਤੀ ਤੇ ਸੁੱਟ ਦਿੰਦੇ ਹੈ। ਸਾਰੀ ਸੰਗਤ ਜੀ ਮਹਾਰਾਜ ਜੀ ਵਰਗਾ ਕੋਈ ਸੂਰਮਾ ਵੀ ਕੋਈ ਨਹੀਂ ਹੈ ਸੰਸਾਰ ਭਰ ਦੇ ਅੰਦਰ। ਇਸ ਕਰਕੇ
ਦਾਨੀ ਦਾ, ਭਗਤ ਦਾ ਤੇ ਸੂਰਮੇ ਦਾ ਗੁਣ ਵਿਸ਼ੇਸ਼ ਕਰਕੇ ਮਹਾਰਾਜ ਸਾਹਿਬ ਜੀ ਦੇ ਅੰਦਰ ਹੈ। ਸਾਧ ਸੰਗਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਦੋਂ ਬੜੀ ਵੀਰਤਾ ਨਾਲ ਜੰਗ ਲੜਨਾ ਕੀਤਾ, ਜਦੋਂ ਜੰਗ ਦੀ ਸਮਾਪਤੀ ਹੋਈ ਹੈ, ਇਸ ਜੰਗ ਵਿੱਚ ਫਤਿਹ ਪ੍ਰਾਪਤ ਕੀਤੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ, ਤੇ ਜਿਹੜੇ ਸਿੱਖ ਸ਼ਹੀਦ ਹੋਏ ਸਨ ਮਹਾਰਾਜ ਜੀ ਨੇ ਉਹਨਾਂ ਦਾ ਸੰਸਕਾਰ ਕਰਵਾਇਆ। ਸਾਧ ਸੰਗਤ ਜੀ, ਮਹਾਨ ਵਰਦਾਨ ਵੀ ਇਹਨਾਂ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਬਖਸ਼ੇ ਹੈ, ਤੇ ਜਿਨ੍ਹਾਂ ਨੇ ਬੜੀ ਵੀਰਤਾ ਨਾਲ, ਬਹਾਦਰੀ ਦੇ ਨਾਲ ਜੰਗ ਲੜਨਾ ਕੀਤਾ, ਉਹਨਾਂ ਦਾ ਬਹੁਤ ਭਾਰੀ ਸਨਮਾਨ ਸੱਚੇ ਪਾਤਸ਼ਾਹ ਜੀ ਨੇ ਕੀਤਾ। ਤੇ ਤਿੰਨਾਂ ਦੇ ਵਿੱਚ ਸਤਿਗੁਰੂ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਜੂਰ ਦਾ ਵੀ ਗਰੀਬ ਨਵਾਜ਼ ਸਤਿਗੁਰੂ ਜੀ ਨੇ ਬੜਾ ਸਤਿਕਾਰ ਕੀਤਾ, ਤੇ ਨਾਲ ਸੰਗਤ ਦੇ ਵਿੱਚ ਭਰੇ ਦੀਵਾਨ ਵਿੱਚ ਬਚਨ ਕਰਨਾ ਕੀਤੇ ਕਿ ਜੋ ਨਾਮ ਰੱਖਿਆ ਸੀ ਨਾ ਸਾਹਿਬਜ਼ਾਦਾ ਜੀ ਦਾ, ਸਾਹਿਬਜ਼ਾਦਾ ਜੀ ਆਪ ਜੀ ਨੇ ਆਪਣੇ ਨਾਮ ਨੂੰ ਸਫਲਿਆ ਕਰ ਦਿੱਤਾ ਹੈ। ਸ੍ਰੀ ਤੇਗ ਬਹਾਦਰ ਨਾਮ ਰੱਖਿਆ, ਤੇ ਮੈਦਾਨੇ ਜੰਗ ਦੇ ਵਿੱਚ ਐਸੀ ਤੇਗ ਦੀ ਬਹਾਦਰੀ ਵਿਖਾਈ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰਹਿੰਦੀ ਦੁਨੀਆ ਤੱਕ ਤੁਹਾਡੀ ਇਸ ਬਹਾਦਰੀ ਨੂੰ ਸੰਸਾਰ ਦੇ ਲੋਕ ਯਾਦ ਕਰਦੇ ਰਹਿਆ ਕਰਨਗੇ। ਇਹ ਮਹਾਰਾਜ ਸਾਹਿਬ ਜੀ ਨੇ ਬੜਾ ਸਨਮਾਨ ਕੀਤਾ, ਸਿੱਖਾਂ ਦਾ ਵੀ ਬਹੁਤ ਭਾਰੀ ਸਨਮਾਨ ਕਰਨਾ ਕੀਤਾ। ਔਰ ਗਰੀਬ ਨਵਾਜ਼ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਸ ਸਮੇਂ ਸਾਧ ਸੰਗਤ ਜੀ, ਭਾਵੇਂ ਆਰਬਲਾ ਛੋਟੀ ਹੈ, ਤੇ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘਾਸਣ ਤੇ ਬੈਠ ਕਰਕੇ ਮਹਾਰਾਜ ਸੱਜ ਕੇ ਸਿੱਖ ਸੰਗਤਾਂ ਨੂੰ ਜਦੋਂ ਦਰਸ਼ਨ ਦਿੰਦੇ ਆ ਨਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਤੇ ਤਿੰਨੇ ਮਾਤਾਵਾਂ, ਮਾਤਾ ਮਰਵਾਹੀ ਜੀ, ਮਾਤਾ ਦਮੋਦਰੀ ਜੀ ਤੇ ਮਾਤਾ ਨਾਨਕੀ ਜੀ, ਆਪਣੇ ਪੰਜਾਂ ਹੀ ਸਾਹਿਬਜ਼ਾਦਿਆਂ ਜੀ ਨੂੰ ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੰਜਾਂ ਸਾਹਿਬਜ਼ਾਦਿਆਂ ਨੂੰ ਬੜੇ ਪਿਆਰ ਦੇ ਨਾਲ ਤਿਆਰ ਕਰਕੇ ਮਹਾਰਾਜ ਸਾਹਿਬ ਜੀ ਦੀ ਸਜੇ ਹੋਏ ਦੀਵਾਨ ਦੇ ਵਿੱਚ ਭੇਜ ਦਿੰਦੇ ਹੈ, ਜਿੱਥੇ ਹੋਰ ਸਿੱਖ ਸੰਗਤਾਂ ਬੈਠ ਕਰਕੇ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕਰਕੇ ਨਿਹਾਲ ਹੁੰਦੀ ਹੈ, ਉੱਥੇ ਮਹਾਰਾਜ ਜੀ ਦੇ ਸਾਹਿਬਜ਼ਾਦੇ ਜਿੱਥੇ ਸੰਗਤ ਦੀ ਕਤਾਰ ਲੱਗੀ ਹੁੰਦੀ ਹੈ ਨਾ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰਾਂ ਕਰਨ ਦੇ ਲਈ, ਉੱਥੇ ਪੰਜੇ ਸਾਹਿਬਜ਼ਾਦੇ ਵੀ ਜਾ ਕੇ ਸੰਗਤ ਦੀ ਪਾਲ ਵਿੱਚ ਖਲੋ ਜਾਂਦੇ। ਜਦੋਂ ਵਾਰੀ ਆਉਂਦੀ ਹੈ ਤੇ ਵਾਰੀ ਸਭ ਤੋਂ ਪਹਿਲਾਂ ਵੱਡੇ ਸਾਹਿਬਜ਼ਾਦਾ ਮਹਾਰਾਜ ਜੀ ਦੇ ਜੇਠੇ ਪੁੱਤਰ ਬਾਬਾ ਗੁਰਦਿੱਤਾ ਜੀ, ਪਿਤਾ ਸਤਿਗੁਰੂ ਜੀ ਦੇ ਚਰਨਾਂ ਤੇ ਬੜੇ ਪਿਆਰ ਦੇ ਨਾਲ ਨਮਸਕਾਰ ਕਰਕੇ ਸੱਚੇ ਪਾਤਸ਼ਾਹ ਨੂੰ ਸੀਸ ਝੁਕਾ ਕੇ ਬੰਦਨਾ ਕਰਕੇ ਤੇ ਸੰਗਤ ਦੇ ਵੀ ਸਾਹਮਣੇ ਹੋ ਕੇ ਬੈਠ ਜਾਂਦੇ। ਫਿਰ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਇਉਂ ਇੱਕ ਕਰਕੇ ਸਾਰੇ ਹੀ ਸਾਹਿਬਜ਼ਾਦੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਬੜੇ ਅਦਬ ਦੇ ਨਾਲ ਕਰਦੇ ਨੇ। ਤੇ ਜਦੋਂ ਸਤਿਗੁਰੂ ਜੀ ਦੀ ਵਾਰੀ ਆਉਂਦੀ ਨਾ ਅਖੀਰ ਤੇ ਸਭ ਤੋਂ ਛੋਟੇ ਸਾਹਿਬਜ਼ਾਦੇ ਹੈ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਹੈ, ਤੇ ਗਰੀਬ ਨਵਾਜ਼ ਸਤਿਗੁਰੂ ਜੀ ਆਪਣੇ ਸਾਹਿਬਜ਼ਾਦੇ ਵੱਲ ਦੇਖ ਕਰਕੇ ਮੁਸਕਰਾਉਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਗੋਦ ਦੇ ਵਿੱਚ ਸਾਹਿਬਜ਼ਾਦਾ ਜੀ ਨੂੰ ਬਿਠਾ ਲੈਂਦੇ, ਤੇ ਇੱਕ ਦਿਨ ਮਾਤਾ ਨਾਨਕੀ ਜੀ ਨੇ ਮਹਾਰਾਜ ਜੀ ਨੂੰ ਸਵਾਲ ਪੁੱਛਿਆ, ਸੱਚੇ ਪਾਤਸ਼ਾਹ ਅਸੀਂ ਤਿੰਨੇ ਭੈਣਾਂ ਇੱਕ ਬਰਾਬਰ ਹਾਂ, ਭਾਵ ਮਾਤਾ ਮਰਵਾਹੀ ਜੀ, ਮਾਤਾ ਦਮੋਦਰੀ ਜੀ ਤੇ ਆਪ ਮਾਤਾ ਨਾਨਕੀ ਜੀ। ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੀ ਨੂੰ ਇਕਾਂਤ ਵਿੱਚ ਬੈਠਿਆਂ ਦੇਖ ਕਰਕੇ, ਸੱਚੇ ਪਾਤਸ਼ਾਹ ਅਸੀਂ ਤਿੰਨੇ ਭੈਣਾਂ ਬਰਾਬਰ ਹਾਂ, ਸਾਡੇ ਮਨ ਵਿੱਚ ਕਿਸੇ ਪ੍ਰਤੀ, ਆਪਣੇ ਸਾਹਿਬਜ਼ਾਦਿਆਂ ਪ੍ਰਤੀ ਕਿਸੇ ਤਰ੍ਹਾਂ ਵੀ ਕੋਈ ਕਿਸੇ ਪ੍ਰਕਾਰ ਦੀ ਵਿਚਾਰ ਨਹੀਂ ਕਦੇ ਪੈਦਾ ਹੁੰਦੀ, ਸਭ ਨੂੰ ਸਾਹਿਬਜ਼ਾਦਿਆਂ ਨੂੰ ਵੀ ਅਸੀਂ ਬਰਾਬਰ ਸਮਝਦੀਆਂ ਹਾਂ। ਮਹਾਰਾਜ ਪੰਜ ਸਾਹਿਬਜ਼ਾਦੇ ਨੇ ਆਪ ਜੀ ਦੇ, ਪਰ ਸਭ ਤੋਂ ਛੋਟੇ ਸਾਹਿਬਜ਼ਾਦੇ ਸ੍ਰੀ ਤੇਗ ਬਹਾਦਰ ਜੀ ਨੂੰ ਕਿਉਂ ਇੰਨਾ ਜ਼ਿਆਦਾ ਆਪ ਜੀ ਪਿਆਰ ਕਰਦੇ ਹੋ? ਜਦੋਂ ਵੀ ਆਪ ਦੇ ਸਜੇ ਹੋਏ ਦੀਵਾਨ ਵਿੱਚ ਚੱਲ ਕੇ ਆਉਂਦੇ ਹੋ, ਉਹਨਾਂ ਨੂੰ ਬੜੇ ਪਿਆਰ ਦੇ ਨਾਲ ਆਪ ਜੀ ਪਿਆਰ ਕਰਦਿਆਂ ਹੋਇਆ, ਮੁਸਕਰਾਉਂਦਿਆਂ ਹੋਇਆ ਆਪਣੀ ਗੋਦ ਵਿੱਚ ਬਿਠਾ ਲੈਂਦੇ। ਉਹਦਾ ਕਾਰਨ ਕੀ ਹੈ? ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਹੈ, ਨਾਨਕੀ ਜੀ ਇਹਦੇ ਵਿੱਚ ਗੁੱਝਾ ਭੇਦ ਹੈ, ਮਹਾਰਾਜ ਕਿਰਪਾ ਕਰਕੇ ਦੱਸੋ। ਜਦੋਂ ਦੁਬਾਰਾ ਫੇਰ ਬੇਨਤੀ ਕੀਤੀ ਹੈ ਤੇ ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਨਾਨਕੀ ਜੀ ਅਸੀਂ ਇਕੱਲਾ ਆਪਣਾ ਪੁੱਤਰ ਸਮਝ ਕਰਕੇ ਨੇ ਇਹ ਸਾਹਿਬਜ਼ਾਦੇ ਨੂੰ ਪਿਆਰ ਕਰਦੇ, ਆਉਣ ਵਾਲੇ ਸਮੇਂ ਨੂੰ ਦੇਖ ਕਰਕੇ ਅਸੀਂ ਡਾਢਾ ਪਿਆਰ ਕਰਦੇ, ਬਾਰ-ਬਾਰ
ਆਪਣੇ ਸਾਹਿਬਜ਼ਾਦੇ ਦੀ ਸੀਸ ਨੂੰ ਘੁੱਟ ਕੇ ਛਾਤੀ ਦੇ ਨਾਲ ਲਗਾਉਂਦੇ ਆ ਕਿ ਇਸੇ ਸੀਸ ਨੇ ਆਉਣ ਵਾਲੇ ਸਮੇਂ ਵਿੱਚ ਕਿਸੇ ਦੇ ਧਰਮ ਦੇ ਬੀਜ ਨੂੰ ਬਰਕਰਾਰ ਰੱਖਣਾ ਸੰਸਾਰ ਦੇ ਅੰਦਰ। ਇਸ਼ਾਰਾ ਕੀਤਾ ਸੀ ਹਿੰਦ ਧਰਮ ਦੀ ਰੱਖਿਆ ਕਰਨੇ ਦਾ। ਮਹਾਰਾਜ ਜੀ ਨੇ ਭਵਿੱਖਤ ਵਾਕ ਕਰ ਦਿੱਤਾ ਸੀਗਾ ਮਾਤਾ ਜੀ ਦੇ ਬੇਨਤੀ ਕਰਨੇ ਤੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਜ਼ੁਲਮ ਰਾਜ ਨੇ ਬਹੁਤ ਭਾਰੀ ਤਪਸ਼ ਪੈਦਾ ਕਰਨੀ ਹੈ ਨਾ, ਜ਼ੁਲਮ ਨੇ, ਉਹਨੂੰ ਠੱਲ ਪਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇਣਾ। ਇਹ ਮਹਾਰਾਜ ਜੀ ਨੇ ਭਵਿੱਖਤ ਵਚਨ ਕਰ ਦਿੱਤੇ ਸਨ। ਹੇ ਨਾਨਕੇ ਜੀ, ਤਾਂ ਅਸੀਂ ਸਾਹਿਬਜ਼ਾਦੇ ਨੂੰ ਬਹੁਤਾ ਡਾਢਾ ਪਿਆਰ ਕਰਦੇ ਆ ਤੇ ਨਾਲੇ ਆਉਣ ਵਾਲੇ ਸਮੇਂ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਗੁਰਿਆਈ ਤਖਤ ਤੇ ਇਸੇ ਹੀ ਸਾਹਿਬਜ਼ਾਦੇ ਨੇ ਬਿਰਾਜਮਾਨ ਹੋਣਾ ਹੈ। ਤਾਂ ਮਹਾਰਾਜ ਕਹਿੰਦੇ ਸੀ ਡਾਢਾ ਪਿਆਰ ਕਰਦੇ ਆ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸੰਗਤ ਜੀ ਅਸੀਂ ਯਾਦ ਕਰਦੇ ਆ। ਗਰੀਬ ਨਵਾਜ ਸਤਿਗੁਰੂ ਜੀ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਜੀ ਮਿਹਰ ਕਰਨ ਸਾਨੂੰ ਸਭ ਨੂੰ ਧਰਮ ਘਰੋਂ ਪਿਆਰੀ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਨ। ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ ਕਮਾਉਣ ਦਾ ਬਲ ਬਖਸ਼ਣੇ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਆਓ ਹੁਣ ਸੰਗਤ ਜੀ ਹੋਰ ਵੀ ਚੰਦ ਕੁ ਮਿੰਟ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਇਸ ਪਵਿੱਤਰ ਅਸਥਾਨ 'ਤੇ ਜੋ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਹਰ ਰੋਜ਼ ਅਸੀਂ ਸਰਵਣ ਕਰਦੇ ਹਾਂ। ਪਿਆਰ ਦੇ ਨਾਲ ਕੋਈ ਸਮਾਂ ਹੋਰ ਵੀ ਗੁਰੂ ਚਰਨਾਂ ਵਿੱਚ ਬੈਠ ਕੇ ਮਹਾਰਾਜ ਜੀ ਦਾ ਪਰਮ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਸੰਗਤ ਪਿਆਰ ਵਿੱਚ ਜਾ ਕੇ ਇੱਕ ਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਸਾਰੀ ਸੰਗਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਸਿਮਰਤ ਵੇਦ ਪੁਰਾਣ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੂਹੀ ਰਾਗ ਦੇ ਅੰਦਰ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 761 ਅੰਗ ਦੇ ਪਾਵਨ ਸ਼ਬਦ ਸੁਸ਼ੋਭਿਤ ਹੈ। ਪਰਮੇਸ਼ਰ ਦੇ ਨਾਮ ਦੀ ਸਭ ਤੋਂ ਵੱਡੀ ਤੇ ਪਰਮ ਵਡਿਆਈ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਵਿੱਚ ਉਚਾਰਨ ਕੀਤੀ ਹੈ ਕਿ ਸੰਸਾਰ ਦੇ ਅੰਦਰ ਜਿਤਨੇ ਵੀ ਧਾਰਮਿਕ ਗ੍ਰੰਥ ਹੈ ਸੰਗਤ ਜੀ ਸਾਰੇ ਸਤਿਕਾਰਯੋਗ ਹੈ। ਭਾਵੇਂ 27 ਸਿਮਰਤੀਆਂ ਨੇ, 18 ਪੁਰਾਣ, 6 ਸ਼ਾਸਤਰ, 4 ਵੇਦ ਹੈ। ਔਰ ਇਸ ਪ੍ਰਕਾਰ ਸੰਗਤ ਜੀ ਹੋਰ ਵੀ ਜਿੰਨੇ ਧਾਰਮਿਕ ਗ੍ਰੰਥ ਹਨ ਹਰ ਇੱਕ ਸਤਿਕਾਰਯੋਗ ਹੈ ਤੇ ਹਰ ਇੱਕ ਕੁੱਲ ਸੰਸਾਰ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਸਭ ਤੋਂ ਵੱਡਾ ਦਰਸਾਉਣਾ ਕੀਤਾ ਕਿ ਵਾਹਿਗੁਰੂ ਦਾ ਨਾਮ ਸਭ ਤੋਂ ਵੱਡਾ ਤੇ ਪਰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਸਿਮਰਤ ਵੇਦ ਪੁਰਾਣ। ਇਹ ਗੁਰਸਿੱਖੋ ਭਾਵੇਂ 27 ਸਿਮਰਤੀਆਂ ਨੇ, 4 ਵੇਦ ਹੈ, ਚਾਹੇ 18 ਪੁਰਾਣ ਹਨ, ਪੁਕਾਰਨ ਪੋਥੀਆਂ ਤੇ ਹੋਰ ਵੀ ਜਿੰਨੀਆਂ ਧਾਰਮਿਕ ਪੋਥੀਆਂ ਨੇ, ਧਾਰਮਿਕ ਗ੍ਰੰਥ ਹੈ, ਮਹਾਰਾਜ ਕਹਿੰਦੇ ਆਪਣੀ ਰਸਨਾ ਤੋਂ ਆਪ ਮੁਹਾਰੇ ਹੋ ਕਰਕੇ ਪੁਕਾਰਦੀਆਂ ਨੇ। ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਨੇ। ਇਹ ਧਾਰਮਿਕ ਗ੍ਰੰਥ ਆਪ ਬੋਲ ਬੋਲ ਕਰਕੇ ਦੱਸਦੇ ਆ, ਉਪਦੇਸ਼ ਦਿੰਦੇ ਹਨ। ਸੰਸਾਰ ਦੇ ਅੰਦਰ ਪੁਕਾਰ ਕਰਕੇ ਕਹਿੰਦੇ ਹਨ ਨਾਮ ਬਿਨਾ ਸਭ ਕੂੜ। ਕਿ ਸੰਸਾਰ ਦੇ ਲੋਗੋ ਪਰਮਾਤਮਾ ਦੇ ਨਾਮ ਤੋਂ ਬਿਨਾ ਸਭ ਕੁਝ ਝੂਠ ਹੈ, ਸਭ ਕੁਝ ਨਾਸ਼ਵਾਨ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਕੁਝ ਵੀ ਸੰਸਾਰ ਦੇ ਵਿੱਚ ਹੈ ਸਦਾ ਰਹਿਣ ਵਾਲਾ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਬਿਨਾਂ ਸਭ ਕੂੜ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸਭ ਕੁਝ ਸੰਸਾਰ ਭਰ ਦੇ ਵਿੱਚ ਝੂਠਾ ਹੈ। ਗਾਲੀ ਹੋਛੀਆਂ ਜਿੰਨੀਆਂ ਵੀ ਸੰਸਾਰ ਦੀਆਂ ਕੋਈ ਗੱਲਾਂ ਕਰਦਾ, ਕੋਈ ਕਿਸੇ ਤਰ੍ਹਾਂ ਦੀਆਂ ਗੱਲਾਂ, ਕੋਈ ਕਿਸੇ ਤਰ੍ਹਾਂ ਦੀਆਂ ਬਾਤਾਂ ਪਾਉਂਦਾ, ਮਹਾਰਾਜ ਕਹਿੰਦੇ ਸਭ ਹੋਛੀਆਂ ਨੇ, ਹੋਛੇਪਣ ਵਿੱਚ ਰੱਖਣ ਵਾਲੀਆਂ ਨੇ। ਮਹਾਰਾਜ ਕਹਿੰਦੇ ਇਹਨਾਂ ਦੇ ਕਰਕੇ ਜੀਵਨ ਦੇ ਅੰਦਰ ਨਿਊਨਤਾ ਹੀ ਰਹਿਣਾ ਕਰਦੀ ਹੈ, ਕਦੇ ਪੂਰਨਤਾ ਨਹੀਂ ਹੋਣਾ ਕਰਦੀ। ਪਰਮੇਸ਼ਰ ਦਾ ਨਾਮ ਪੂਰਨ ਹੈ, ਸੱਚਾ ਹੈ, ਸਭ ਤੋਂ ਵੱਡਾ ਹੈ।
ਤੇ ਜਿਹੜਾ ਜੀਵ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ, ਸੰਗਤ ਜੀ, ਉਹ ਵੀ ਪੂਰਨ ਬਣ ਜਾਂਦਾ ਹੈ। ਉਹ ਵੀ ਜੀਵਨ ਕਰਕੇ ਪਰਮ ਤੇ ਸਭ ਤੋਂ ਵੱਡਾ ਬਣ ਜਾਂਦਾ ਹੈ। ਗੁਰਬਾਣੀ ਵਿੱਚ ਮਹਾਰਾਜ ਜੀ ਨੇ ਸਭ ਤੋਂ ਵੱਡਾ ਧਨੀ ਤੇ ਅਮੀਰ ਉਸ ਪੁਰਖ ਨੂੰ ਜੀਵਨ ਦੇ ਅੰਦਰ ਕਿਹਾ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਕਿ ਜਿਸ ਦੇ ਕੋਲ ਪ੍ਰਮਾਤਮਾ ਦਾ ਨਾਮ ਰੂਪੀ ਧਨ ਹੈ, ਸਭ ਤੋਂ ਵੱਡਾ ਅਮੀਰ ਉਹ ਹੈ। ਦੁਨੀਆ ਦੀ ਨਜ਼ਰਾਂ ਵਿੱਚ ਬਹੁਤੇ ਪੈਸੇ ਵਾਲਾ, ਬਹੁਤੇ ਪਦਾਰਥਾਂ ਵਾਲਾ ਮਨੁੱਖ ਅਮੀਰ ਗਿਣਿਆ ਜਾਂਦਾ ਹੈ, ਪਰ ਪ੍ਰਮਾਤਮਾ ਦੀ ਦ੍ਰਿਸ਼ਟੀ ਵਿੱਚ ਸੰਗਤ ਜੀ, ਜਿਹਦੇ ਪੱਲੇ ਪ੍ਰਮਾਤਮਾ ਦਾ ਨਾਮ ਰੂਪੀ ਧਨ ਹੈ, ਨਾਮ ਦਾ ਖਜ਼ਾਨਾ ਹੈ, ਉਹ ਸਭ ਤੋਂ ਵੱਡਾ ਤੇ ਪਰਮ ਗਿਣਿਆ ਜਾਂਦਾ ਹੈ। ਉਹ ਪਵਿੱਤਰ ਜੀਵਨ ਵਾਲਾ ਮਹਾਰਾਜ ਕਹਿੰਦੇ ਕਹਿਆ ਜਾਂਦਾ ਹੈ। ਇਸ ਲਈ ਗਰੀਬ ਨਵਾਜ ਹਜੂਰ ਨੇ ਬਖਸ਼ਿਸ਼ ਕੀਤੀ ਹੈ, ਹੇ ਗੁਰਸਿੱਖੋ, ਜਿੰਨੀਆਂ ਵੀ ਸੰਸਾਰ ਭਰ ਦੇ ਵਿੱਚ ਗੱਲਾਂ ਨੇ, ਹੋਰ ਕੋਈ ਨਿੰਦਿਆ ਦੀ, ਕੋਈ ਚੁਗਲੀਆਂ ਦੀਆਂ, ਈਰਖਾ ਭਰੀਆਂ ਕੋਈ ਗੱਲਾਂ ਕਰਦਾ, ਦੁਨਿਆਵੀ ਗੱਲਾਂ ਵਿੱਚ ਪਰਚਿਆ ਰਹਿੰਦਾ, ਮਹਾਰਾਜ ਕਹਿੰਦੇ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆ। ਇੱਕ ਪਰਮੇਸ਼ਰ ਦਾ ਨਾਮ ਜਿਹੜਾ ਸਦੀਵੀ ਕਾਲ ਦੀ ਸੱਚਾ ਹੈ, ਬਾਕੀ ਸਭ ਕੁਝ ਮਹਾਰਾਜ ਕਹਿੰਦੇ ਕੂੜ ਹੈ। ਸਾਰਾ ਸੰਸਾਰ ਕੂੜ ਦਾ ਹੀ ਪਸਾਰਾ ਹੈ। ਨਾਮ ਨਿਧਾਨ ਅਪਾਰ। ਇੱਕ ਪਰਮੇਸ਼ਰ ਦਾ ਨਾਮ ਹੈ ਜਿਹੜਾ 9 ਨਿਧੀਆਂ ਦਾ ਖਜ਼ਾਨਾ ਹੈ। ਇਹ ਰਿੱਧੀਆਂ ਸਿੱਧੀਆਂ ਕਰਾਮਾਤਾਂ ਸੰਗਤ ਜੀ ਪਰਮੇਸ਼ਰ ਦੇ ਨਾਮ ਦੇ ਅਧੀਨ ਹਨ। ਤੇ ਜਿਹੜਾ ਜੀਵ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ, ਸਤਿਗੁਰੂ ਜੀ ਦਾ ਪਾਵਨ ਮੁਖ ਵਾਕ ਹੈ, ਕਰਾਮਾਤਾਂ ਉਹਨਾਂ ਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਨੇ, ਸਾਨੂੰ ਧਾਰਨ ਕਰ ਲਓ। ਮਹਾਰਾਜ ਸਾਹਿਬ ਜੀ ਦੇ ਪਵਿੱਤਰ ਬਚਨ ਹਨ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਜਿਨ੍ਹਾਂ ਕਰਾਮਾਤਾਂ ਨੂੰ ਪਾਉਣ ਲਈ ਜੋਗੀ ਜਨ ਲੰਬੇਰਾ ਸਮਾਂ ਅਭਿਆਸ ਕਰਦੇ ਹੈ, ਯੋਗ ਦੀ ਕਮਾਈ ਕਰਦੇ ਨੇ, ਸਿੱਧ ਜਨ ਜ਼ਿੰਦਗੀ ਵਿੱਚ ਕਿੰਨਾ ਕਿੰਨਾ ਤਪ ਸਾਧਨਾ ਕਰਦੇ ਹੈ, ਬਹੁਤ ਯਤਨ ਕਰਦੇ ਨੇ, ਫਿਰ ਕਿਤੇ ਜਾ ਕੇ ਉਹਨਾਂ ਨੂੰ ਕਰਾਮਾਤਾਂ ਮਿਲਦੀਆਂ ਨੇ, ਭਾਵੇਂ ਹਰ ਇੱਕ ਨਹੀਂ ਉਹ ਵੀ ਪ੍ਰਾਪਤ ਕਰ ਸਕਦਾ। ਜ਼ਿੰਦਗੀ ਦਾ ਵੱਡਾ ਪੱਖ ਇਹਨਾਂ ਨੂੰ ਪਾਉਣ ਦੇ ਵਾਸਤੇ ਲੰਘਾ ਦਿੰਦੇ, ਪਰ ਜਿਹੜੇ ਗੁਰਮੁਖ ਜਨ ਵਾਹਿਗੁਰੂ ਜੀ ਦੀ ਯਾਦ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹੈ, ਮਹਾਰਾਜ ਕਹਿੰਦੇ ਸਾਰੀਆਂ ਸ਼ਕਤੀਆਂ ਉਹਨਾਂ ਦੇ ਅਧੀਨ ਹੋ ਜਾਂਦੀਆਂ ਨੇ। ਸੱਚੇ ਪਾਤਸ਼ਾਹ ਹਜੂਰ ਆਖਦੇ ਨੇ, ਨਾਮ ਨਿਧਾਨ ਅਪਾਰ। ਇੰਨਾ ਵੱਡਾ ਇਹ ਖਜ਼ਾਨਾ ਹੈ ਕਿ ਉਹਦੇ ਉਰਾਰ ਪਾਰ ਦਾ ਕਦੇ ਅੰਤ ਪਾਇਆ ਹੀ ਨਹੀਂ ਜਾ ਸਕਦਾ। ਭਗਤ ਮਨ ਵਸੈ। ਪਰ ਇਹ ਪਰਮੇਸ਼ਰ ਦੇ ਪਿਆਰੇ ਭਗਤ ਜਨਾਂ ਦੇ ਹਿਰਦੇ ਵਿੱਚ ਵਸਦਾ, ਜਿਹੜਾ ਨਾਮ ਦਾ ਖਜ਼ਾਨਾ ਹੈ, ਅਪਾਰ ਹੈ। ਪਰਮੇਸ਼ਰ ਦੇ ਪਿਆਰੇ ਭਗਤਾਂ ਦੇ ਹਿਰਦੇ ਵਿੱਚ ਆ ਕੇ ਵਸਦਾ, ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਦੇ ਨਾਲ ਪਿਆਰ ਕੀਤਾ, ਜਿਨ੍ਹਾਂ ਨੇ ਇਹ ਨਾਮ ਰੂਪੀ ਖਜ਼ਾਨੇ ਨੂੰ ਸਦੀਵੀ ਕਾਲ ਦੀ ਸੱਚਾ ਜਾਣਿਆ, ਮਨ ਬਾਣੀ ਸਰੀਰ ਕਰਕੇ ਇਹਦਾ ਆਸਰਾ ਧਾਰਨ ਕੀਤਾ, ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਪਾ ਕਰਕੇ ਰੱਖੀ ਹੈ। ਲੋਕ ਪਰਲੋਕ ਦੇ ਵਿੱਚ ਨਾਲ ਰੱਖਿਆ ਕਰਨ ਵਾਲਾ, ਸਹਾਇਕ ਬਣਨ ਵਾਲਾ ਪਰਮੇਸ਼ਰ ਦੇ ਨਾਮ ਨੂੰ ਜਾਣਿਆ। ਮਹਾਰਾਜ ਕਹਿੰਦੇ ਉਹਨਾਂ ਭਗਤਾਂ ਦੇ ਹਿਰਦੇ ਵਿੱਚ ਆ ਕਰਕੇ ਵਸਿਆ, ਜਿਨ੍ਹਾਂ ਨੇ ਪਰਮੇਸ਼ਰ ਦਾ ਭੈ ਰੱਖਿਆ ਔਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਸੰਸਾਰ ਤੋਂ ਜਿਨ੍ਹਾਂ ਨੇ ਉਪਰਾਮ ਹੋ ਕਰਕੇ ਰਹਿਣਾ ਕੀਤਾ, ਐਸੇ ਭਗਤ ਜਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਆ ਕੇ ਵਸਿਆ ਹੈ। ਜਨਮ ਮਰਨ ਮੋਹ ਦੁਖ। ਜਨਮ ਮਰਨ ਮੋਹ ਦੁਖ। ਸੰਸਾਰ ਦੇ ਅੰਦਰ ਜੰਮਣ ਤੇ ਮਰਨ ਦਾ ਜਿਹੜਾ ਭਿਆਨਕ ਦੁੱਖ ਹੈ, ਫਿਰ ਸਰੀਰਾਂ ਦੇ ਮੋਹ ਕਰਕੇ ਮਹਾਰਾਜ ਕਹਿੰਦੇ ਜਿਹੜੇ 84 ਦੇ ਗੇੜੇ ਵਿੱਚ ਪੈਣੇ ਦਾ, ਬਾਰ-ਬਾਰ ਜਨਮ ਧਾਰਨ ਕਰਨੇ ਦਾ ਔਰ ਮੌਰਦੇ ਹੋ ਮਰਨੇ ਦਾ ਬਾਰ-ਬਾਰ ਜਿਹੜਾ ਸੰਸਾਰ ਦਾ ਦੁੱਖ ਹੈ। ਸਾਧੂ ਸੰਗ ਨਸੈ। ਸਾਧੂ ਜਨਾਂ ਦੀ ਸੰਗਤ ਕਰਨੇ ਕਰਕੇ ਜੀਵ ਦਾ ਨਸ ਜਾਂਦਾ, ਭਾਵ ਮਿਟ ਜਾਂਦਾ, ਅਭਾਵ ਹੋ ਜਾਂਦਾ ਹੈ। ਜਿਨ੍ਹਾਂ ਨੇ ਜੀਵਨ ਦੇ ਅੰਦਰ ਪੂਰਨ ਸਾਧੂ ਜਨਾਂ ਦੀ ਸੰਗਤ ਕੀਤੀ, ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਜਨਮ ਮਰਨ ਮੋਹ ਦੁੱਖ। ਜੰਮਣ ਤੇ ਮਰਨ ਦਾ ਜਿਹੜਾ ਭਿਆਨਕ ਦੁੱਖ ਹੈ, ਅਥਵਾ ਮੋਹ ਤੇ ਅਗਿਆਨ ਦੇ ਜਿਹੜੇ ਵੱਡੇ ਦੁੱਖ ਹੈ, ਸੱਚੇ ਪਾਤਸ਼ਾਹ ਕਹਿੰਦੇ ਸਭ ਦੂਰ ਹੋ ਗਏ। ਸਾਧੂ ਸੰਗ ਨਸੈ। ਜਿਨ੍ਹਾਂ ਨੇ ਸਾਧੂ ਜਨਾਂ ਦੀ ਸੰਗਤ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਆਉਂਦਾ ਨਾ, ਸਾਧ ਕੇ ਸੰਗ ਮੁਖ ਉਜਲ ਹੋਤ। ਸਾਧ ਸੰਗ
ਜ਼ਿੰਦਗੀ ਵਿੱਚ ਜਿਹੜਾ ਬੰਦਾ ਪੂਰਨ ਸਾਧੂ ਦੀ ਸੰਗਤ ਕਰਦਾ ਉਹਦਾ ਹਿਰਦਾ ਤੇ ਪ੍ਰਤੱਖ ਮੁਖ ਉਜਲਾ ਹੋ ਜਾਂਦਾ ਹੈ। ਹਿਰਦੇ ਅੰਦਰ ਪਰਮੇਸ਼ਰ ਨੂੰ ਯਾਦ ਕਰਦਾ ਹਿਰਦਾ ਵੀ ਪਵਿੱਤਰ ਹੋ ਜਾਂਦਾ ਹੈ ਤੇ ਮੁਖ ਤੋਂ ਰਸਨਾ ਕਰਕੇ ਪਰਮੇਸ਼ਰ ਦਾ ਜਾਪ ਜਪਦਾ ਹੈ। ਮੁਖ ਵੀ ਮਹਾਰਾਜ ਕਹਿੰਦੇ ਉਹਦਾ ਪਵਿੱਤਰ ਹੋ ਜਾਂਦਾ ਹੈ। ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੇ ਸੰਗ ਮਿਟੈ ਅਭਿਮਾਨ, ਸਾਧ ਕੇ ਸੰਗ ਪ੍ਰਗਟੈ ਸੋ ਗਿਆਨ। ਇਹ ਸਾਰੇ ਸਾਧੂ ਜਨਾਂ ਦੀ ਸੰਗਤ ਕਰਨ ਦੇ ਸਾਧ ਸੰਗਤ ਜੀ ਪਰਮ ਗੁਣ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵਨ ਦੇ ਅੰਦਰ ਜੰਮਣ ਮਰਨ ਦੇ ਦੁੱਖ, ਮੋਹ ਅਗਿਆਨ ਆਦਿਕ ਦੇ ਦੁੱਖ ਸਾਰੇ ਨਸ ਗਏ ਹੈ ਜਿਨ੍ਹਾਂ ਨੇ ਪੂਰਨ ਸਾਧੂ ਦੀ ਸੰਗਤ ਕਰ ਲਈ ਹੈ। ਰਹਾਉ ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਮੋਹ ਬਾਦ ਅਹੰਕਾਰ। ਜੀਵਨ ਦੇ ਅੰਦਰ ਜਿਹੜਾ ਸਰੀਰਾਂ ਦਾ ਮੋਹ ਹੈ, ਬਾਦ ਕਹਿੰਦੇ ਨੇ ਝਗੜੇ ਨੂੰ, ਔਰ ਹੰਕਾਰ ਕੋਈ ਦੇਹੀ ਦਾ ਹੰਕਾਰ ਕਰਦਾ ਹੈ, ਕੋਈ ਸੰਗਤ ਜੀ ਗੁਣਾਂ ਦਾ ਹੰਕਾਰ ਕਰਦਾ ਹੈ, ਕੋਈ ਆਪਣੀਆਂ ਸਿਆਣਪਾਂ ਦਾ, ਕੋਈ ਚਤਰਾਈਆਂ ਦਾ, ਕੋਈ ਧਨ ਪਦਾਰਥਾਂ ਦਾ, ਮਾਇਆ ਦੇ ਸੁੱਖਾਂ ਦਾ ਬਾਰ-ਬਾਰ ਹੰਕਾਰ ਕਰਦਾ ਰਹਿੰਦਾ ਹੈ। ਸਤਿਗੁਰੂ ਜੀ ਉਚਾਰਨ ਕਰ ਰਹੇ ਆ, ਮੋਹ ਬਾਦ ਅਹੰਕਾਰ। ਮਹਾਰਾਜ ਕਹਿੰਦੇ ਇਹ ਜਿਹੜਾ ਜੀਵ ਹੈ ਨਾ, ਕਦੇ ਮੋਹ ਦੇ ਵਿੱਚ, ਕਦੇ ਝਗੜਿਆਂ ਵਿੱਚ ਤੇ ਕਦੇ ਹੰਕਾਰ ਦੇ ਵਿੱਚ ਸਰ ਪਰ ਰੁੰਨਿਆ। ਜ਼ਰੂਰ ਬਰ ਜ਼ਰੂਰ ਹਰ ਸਮੇਂ ਰੁੱਝਿਆ ਰਹਿੰਦਾ। ਜਾਏ ਦੇ ਵਿੱਚ ਲੱਗਣੇ ਕਰਕੇ ਮਹਾਰਾਜ ਕਹਿੰਦੇ ਜੀਵ ਨੂੰ ਰੋਣਾ ਹੀ ਪੈਂਦਾ ਹੈ। ਕਦੇ ਮਹਾਰਾਜ ਕਹਿੰਦੇ ਜੀਵ ਨੂੰ ਸੁੱਖ ਨਹੀਂ ਮਿਲਦਾ। ਸੁੱਖ ਨਾ ਪਾਏ ਨ ਮੂਲ। ਤੇ ਮੂਲ ਕਹਿੰਦੇ ਕਦਾ ਚਿੱਤ ਵੀ ਭੁੱਲ ਕਰਕੇ ਵੀ ਕਦੇ ਪ੍ਰਮਾਤਮਾ ਦੇ ਪਰਮ ਸੁੱਖ ਨੂੰ ਨਹੀਂ ਪਾਵਨਾ ਕਰਦਾ। ਸਰੀਰਾਂ ਦੇ ਮੋਹ ਕਰਕੇ, ਬਾਦ ਝਗੜੇ ਵਿੱਚ ਪੈਣੇ ਕਰਕੇ ਤੇ ਫਿਰ ਹੰਕਾਰ ਕਰਨੇ ਕਰਕੇ। ਹੰਕਾਰ ਕਿਸੇ ਵੀ ਪੱਖ ਤੋਂ ਕਰਦਾ ਹੈ, ਮਹਾਰਾਜ ਕਹਿੰਦੇ ਬਾਰ-ਬਾਰ ਜੰਮਣ ਤੇ ਮਰਨ ਦਾ ਕਾਰਨ ਬਣਦਾ ਹੈ। ਜ਼ਰੂਰ ਬਰ ਜ਼ਰੂਰ ਮਹਾਰਾਜ ਕਹਿੰਦੇ ਜੀਵ ਨੂੰ ਦੁਖੀ ਹੋਣਾ ਪੈਂਦਾ ਹੈ ਤੇ ਮੂਲ ਕਦਾਚਿਤ ਵੀ ਸੱਚੇ ਪਾਤਸ਼ਾਹ ਕਹਿੰਦੇ ਆਤਮਿਕ ਸੁੱਖ ਨਹੀਂ ਜੀਵ ਨੂੰ ਪ੍ਰਾਪਤ ਹੁੰਦਾ। ਨਾਮ ਵਿਸ਼ੁੰਨਿਆ। ਪਰਮੇਸ਼ਰ ਦੇ ਨਾਮ ਤੋਂ ਵਿਛੜਨੇ ਕਰਕੇ, ਪਰਮਾਤਮਾ ਦਾ ਨਾਮ ਹਿਰਦੇ ਵਿਸਾਰਨੇ ਕਰਕੇ ਜੀਵ ਕਦੇ ਵਾਹਿਗੁਰੂ ਜੀ ਦੇ ਪਰਮ ਸੁੱਖ ਨੂੰ ਨਹੀਂ ਪਾ ਸਕਦਾ। ਮੇਰੀ ਮੇਰੀ ਧਾਰ। ਸੱਚੇ ਪਾਤਸ਼ਾਹ ਕਹਿੰਦੇ ਜੀਵ ਦੀ ਐਸੀ ਹਾਲਤ ਹੈ, ਇਹ ਜ਼ਿੰਦਗੀ ਵਿੱਚ ਹਰ ਸਮੇਂ ਮੇਰੀ ਮੇਰੀ ਕਰਦਾ ਰਹਿੰਦਾ ਹੈ। ਧਨ ਪਦਾਰਥ ਮੇਰੇ ਹੈ, ਜ਼ਮੀਨਾਂ ਜਾਇਦਾਦਾਂ ਮੇਰੀਆਂ, ਧੀਆਂ ਪੁੱਤਰ ਮੇਰੇ, ਸਰੀਰ ਮੇਰਾ, ਸਭ ਕੁਝ ਮੇਰਾ ਹੀ ਮੇਰਾ ਗਿਣਦਾ ਰਹਿੰਦਾ। ਇਹ ਨਹੀਂ ਕਦੇ ਕਹਿੰਦਾ ਕਿ ਪਰਮਾਤਮਾ ਦਾ ਹੈ। ਪਰਮਾਤਮਾ ਨੇ ਸਰਬ ਦਾਤਾਂ ਬਖਸ਼ੀਆਂ ਨੇ ਜੀਵਨ ਵਿੱਚ, ਸਾਰੇ ਸੁੱਖ ਸਹੂਲਤਾਂ ਪਰਮਾਤਮਾ ਨੇ ਦਿੱਤੇ ਨਹੀਂ, ਕਹਿੰਦਾ ਕਿ ਸਭ ਕੁਝ ਮੇਰਾ ਹੈ। ਤੇ ਮਹਾਰਾਜ ਕਹਿੰਦੇ ਮੇਰੀ ਮੇਰੀ ਕਰਤੇ ਜਨਮ ਗਇਓ। ਮੈਂ ਮੇਰੀ ਕਰਦਿਆਂ ਹੀ ਜੀਵ ਦੀ ਜਿਹੜੀ ਜ਼ਿੰਦਗੀ ਹੈ ਨਾ ਲੰਘ ਜਾਂਦੀ ਹੈ। ਕਦੇ ਪਰਮਾਤਮਾ ਦਾ ਸ਼ੁਕਰ ਨਹੀਂ ਮਨਾਉਂਦਾ। ਮਹਾਰਾਜ ਸਤਿਗੁਰੂ ਜੀ ਕਹਿੰਦੇ ਮੇਰੀ ਮੇਰੀ ਧਾਰ। ਮੈਂ ਮੇਰੇ ਹੀ ਕੇਵਲ ਆਪਣੇ ਜੀਵਨ ਦੇ ਅੰਦਰ ਇਸ ਜੀਵ ਨੇ ਧਾਰੀ ਹੈ। ਬੰਧਨ ਬੰਧਿਆ। ਐਸੀ ਮਹਾਰਾਜ ਕਹਿੰਦੇ ਮੋਹ ਮਮਤਾ ਦੇ ਬੰਧਨ ਦੇ ਵਿੱਚ ਜੀਵ ਬੱਧਾ ਰਹਿੰਦਾ ਹੈ, ਜਿਹੜਾ ਕਦੇ ਵੀ ਆਪਣੇ ਬਲ ਦੇ ਨਾਲ ਛੁੱਟ ਨਹੀਂ ਸਕਦਾ। ਐਸੀ ਮਹਾਰਾਜ ਕਹਿੰਦੇ ਪੱਕੇ ਬੰਧਨਾਂ ਵਿੱਚ ਜੀਵ ਬੱਝਾ ਹੋਇਆ ਕਿ ਜਿਹੜਾ ਦੁਨੀਆ ਦੇ ਸਾਧਨ ਕਰਨ ਦੇ ਬਾਵਜੂਦ ਵੀ ਕਦੇ ਇਹਨਾਂ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦਾ। ਮੈਂ ਮੇਰੀ ਦੇ ਬੰਧਨਾਂ ਵਿੱਚ ਜੀਵ ਹਰ ਸਮੇਂ ਬੱਝਾ ਰਹਿੰਦਾ ਹੈ। ਨਰਕ ਸੁਰਗ ਅਵਤਾਰ। ਤੇ ਮਹਾਰਾਜ ਫਿਰ ਇਹਦਾ ਫਲ ਕੀ ਮਿਲਦਾ? ਸੱਚੇ ਪਾਤਸ਼ਾਹ ਕਹਿੰਦੇ ਕਦੇ ਨਰਕਾਂ ਵਿੱਚ ਤੇ ਕਦੇ ਸਵਰਗਾਂ ਦੇ ਵਿੱਚ। ਮਹਾਰਾਜ ਕਹਿੰਦੇ ਬਾਰ-ਬਾਰ ਜੀਵ ਦਾ ਅਵਤਾਰ ਤੋਂ ਭਾਵ ਜਨਮ ਧਾਰਨ ਕਰਦਾ ਤੇ ਨਾਮ ਨੂੰ ਵਿਸਾਰ ਕੇ ਗੁਰੂ ਤੋਂ ਬੇਮੁਖ ਹੋ ਕਰਕੇ ਬਾਰ-ਬਾਰ ਜੇ ਤਾਂ ਜ਼ਿੰਦਗੀ ਵਿੱਚ ਕੋਈ ਪੁੰਨ ਦਾਨ ਕਰਦਾ ਤੇ ਸਵਰਗਾਂ ਦੀ ਪ੍ਰਾਪਤੀ ਹੋ ਜਾਂਦੀ, ਤੇ ਜੇ ਪਾਪ ਕਰਮ ਕਰਦਾ ਤੇ ਨਰਕਾਂ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਹੈ। ਨਰਕ ਸੁਰਗ ਅਵਤਾਰ, ਬਾਰ-ਬਾਰ ਕਦੇ ਨਰਕਾਂ ਵਿੱਚ ਚਲਿਆ ਜਾਂਦਾ ਹੈ, ਪੁੰਨ ਦਾਨ ਕਰਨੇ ਕਰਕੇ ਕਦੇ ਸਵਰਗਾਂ ਵਿੱਚ ਚਲਿਆ ਜਾਂਦਾ, ਪਰ ਮੁਕਤ ਫੇਰ ਵੀ ਨਹੀਂ ਹੋਣਾ ਕਰਦਾ, ਕਿਉਂਕਿ ਮੁਕਤੀ ਦੀ ਦਾਤ ਪਰਮੇਸ਼ਰ ਦੇ ਨਾਮ ਕਰਕੇ ਮਿਲਦੀ ਹੈ, ਗੁਰੂ ਵਾਲੇ ਬਣਨੇ ਕਰਕੇ ਮਿਲਦੀ ਹੈ। ਸਤਿਗੁਰੂ ਜੀ ਤੋਂ ਬੇਮੁਖ ਹੋ ਕਰਕੇ ਭਾਵੇਂ ਲੱਖਾਂ ਜਨਮ ਧਾਰਨ ਕਰ ਲਵੇ, ਨਹੀਂ ਕਦੇ ਜੀਵ ਮੁਕਤ ਹੋ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨਰਕ ਸੁਰਗ ਅਵਤਾਰ।
ਇਹ ਜੀਵ ਕਦੇ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਪਾਪ ਕਰਮਾਂ ਕਰਕੇ ਨਰਕਾਂ ਵਿੱਚ ਚਲਿਆ ਜਾਂਦਾ ਹੈ, ਤੇ ਕਦੇ ਪੁੰਨ ਦਾਨ ਕਰਨੇ ਕਰਕੇ ਸਵਰਗਾਂ ਵਿੱਚ ਚਲਿਆ ਜਾਂਦਾ ਹੈ। ਮਾਇਆ ਧੰਦਿਆ ਐਸਾ ਇਹ ਸੰਸਾਰ ਦੇ ਮਾਇਆ ਦੇ ਧੰਦਿਆਂ ਦੇ ਵਿੱਚ ਹਰ ਸਮੇਂ ਜੁੜਿਆ ਰਹਿੰਦਾ ਹੈ। ਕਦੇ ਚੇਤਾ ਹੀ ਨਹੀਂ ਆਉਂਦਾ ਕਿ ਪ੍ਰਮਾਤਮਾ ਦਾ ਵੀ ਸ਼ੁਕਰ ਮਨਾਵਾ, ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਵੀ ਧੰਨਵਾਦ ਕਰਾਂ। ਨਹੀਂ, ਮਹਾਰਾਜ ਕਹਿੰਦੇ ਹਰ ਸਮੇਂ ਦੁਨਿਆਵੀ ਮਾਇਕੀ ਧੰਦਿਆਂ ਦੇ ਵਿੱਚ ਹੀ ਮਨ ਕਰਕੇ ਪਰਚਿਆ ਰਹਿੰਦਾ ਹੈ। ਸੋਧਤ ਸੋਧਤ ਸੋਧ ਹਜੂਰ ਬਖਸ਼ਿਸ਼ ਕਰ ਰਹੇ ਨੇ ਗੁਰਸਿੱਖੋ। ਸੰਸਾਰ ਦੇ ਵਿੱਚ ਵੇਦਾਂ ਨੂੰ ਵੀ ਸੋਧ ਕਰਕੇ ਦੇਖਿਆ, ਸ਼ਾਸਤਰਾਂ ਨੂੰ ਵੀ ਸੋਧ ਕਰਕੇ ਦੇਖਿਆ, ਪੁਰਾਣ ਆਦਿਕ ਜਿਤਨੇ ਵੀ ਧਾਰਮਿਕ ਗ੍ਰੰਥ ਹੈ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮਹਾਰਾਜ ਕਹਿੰਦੇ ਸੋਧ ਕਰਕੇ ਚੰਗੀ ਤਰ੍ਹਾਂ ਵਿਚਾਰ ਕਰਕੇ ਦੇਖਿਆ ਹੈ। ਤਤ ਵਿਚਾਰਿਆ ਮਹਾਰਾਜ ਕਹਿੰਦੇ ਜਦੋਂ ਵਿਚਾਰਿਆ ਇਹੋ ਤਤ ਨਿਕਲਣਾ ਕੀਤਾ। ਭਾਵੇਂ 18 ਪੁਰਾਣ ਹੈ, ਚਾਹੇ 6 ਸ਼ਾਸਤਰ, 4 ਵੇਦ ਹੈ, 27 ਸਿਮਰਤੀਆਂ ਨੇ, ਹੋਰ ਵੀ ਜਿਤਨੇ ਧਾਰਮਿਕ ਗ੍ਰੰਥ ਹਨ, ਸਭ ਨੂੰ ਵਿਚਾਰ ਕਰਕੇ ਇਹੋ ਹੀ ਤਤ ਕੱਢਿਆ ਹੈ। ਨਾਮ ਬਿਨਾ ਸੁਖ ਨਾਹੇ ਕਿ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਨਹੀਂ ਕਦੇ ਵੀ ਪਰਮ ਸੁਖ ਮਿਲ ਸਕਦਾ। ਮਨੁੱਖ ਜਿੰਨੀਆਂ ਮਰਜ਼ੀ ਸਾਧਨਾ ਕਰਕੇ ਦੇਖ ਲਵੇ, ਤਰ੍ਹਾਂ ਦੇ ਕਰਮ ਕਾਂਡ ਕਰਕੇ ਦੇਖ ਲਵੇ, ਕੁੱਲ ਸੰਸਾਰ ਭਰ ਦੀ ਭਟਕਣਾ ਵਿੱਚ ਪੈ ਕੇ ਦਰ ਤੇ ਭਟਕ ਕੇ ਦੇਖ ਲਵੇ, ਪਰ ਨਾਮ ਬਿਨਾ ਸੁਖ ਨਾਹੇ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਦੇ ਵੀ ਮਹਾਰਾਜ ਕਹਿੰਦੇ ਸੁਖ ਸਰੂਪ ਨੂੰ ਨਹੀਂ ਮਿਲਿਆ ਜਾ ਸਕਦਾ। ਸਰ ਪਰ ਹਾਰਿਆ ਸਰ ਪਰ ਕਹਿੰਦੇ ਜ਼ਰੂਰ ਬਰ ਜ਼ਰੂਰ। ਮਹਾਰਾਜ ਕਹਿੰਦੇ ਉਹ ਜੀਵ ਮਨੁੱਖਾ ਦੇਹੀ ਦੀ ਬਾਜੀ ਨੂੰ ਹਾਰ ਕੇ ਸੰਸਾਰ ਤੋਂ ਗਿਆ, ਔਰ ਆਉਣ ਵਾਲੇ ਸਮੇਂ ਵਿੱਚ ਵੀ ਜਾਵੇਗਾ। ਜਿਸ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਜਿਹੜਾ ਜੀਵ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ, ਉਹ ਮਨੁੱਖਾ ਦੇਹੀ ਦੀ ਬਾਜੀ ਨੂੰ ਜ਼ਰੂਰ ਬਰ ਜ਼ਰੂਰ ਹਾਰ ਕਰਕੇ ਹੀ ਜਾਵੇਗਾ। ਆਵਹਿ ਜਾਹੇ ਅਨੇਕ ਮਹਾਰਾਜ ਕਿੰਨੇ ਕੁ ਸੰਸਾਰ ਦੇ ਐਸੇ ਜੀਵ ਹੈ ਜਿਹੜੇ ਬਾਰ-ਬਾਰ ਆਵਾਗਮਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ, ਜਿਨ੍ਹਾਂ ਨੂੰ ਮਹਾਰਾਜ ਕਦੇ ਪਰਮ ਸੁਖ ਮਿਲਦਾ ਹੀ ਨਹੀਂ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਆਵਹਿ ਜਾਹੇ ਅਨੇਕ। ਅਨੇਕਾਂ ਵਾਰ ਸੰਸਾਰ ਦੇ ਜੀਵ ਆਉਂਦੇ ਜਾਂਦੇ ਰਹਿੰਦੇ ਹਨ, ਮਰ ਜਨਮ ਤੇ ਬਾਰ-ਬਾਰ ਮੌਰ ਦੇ ਮਾਰੇ ਹੋ ਮਰਦੇ ਐ, ਤੇ ਫਿਰ ਵਾਸ਼ਨਾ ਦੇ ਬੱਝੇ ਹੋਏ ਜਨਮ ਧਾਰਨ ਕਰ ਲੈਂਦੇ ਹਨ। ਇੱਕ ਵਾਰ ਨਹੀਂ, ਅਨੇਕਾਂ ਵਾਰ ਜਨਮ ਧਾਰਨ ਕਰਦੇ, ਫਿਰ ਮੌਰ ਦੇ ਮਾਰੇ ਹੋ ਮਰਦੇ। ਤੇ ਅਨੇਕਾਂ ਹੀ ਐਸੇ ਸੰਸਾਰ ਦੇ ਜੀਵ ਹੈ ਜਿਹੜੇ ਮਹਾਰਾਜ ਕਹਿੰਦੇ ਮਾਇਆ ਦੀ ਮੋਹ ਮਮਤਾ ਵਿੱਚ ਲੱਗਣੇ ਕਰਕੇ, ਅਗਿਆਨਤਾ ਦੀ ਗਾਫਲਤਾਈ ਵਿੱਚ ਰਹਿਣੇ ਕਰਕੇ, ਸੱਚੇ ਪਾਤਸ਼ਾਹ ਕਹਿੰਦੇ ਬਾਰ-ਬਾਰ ਅਨੇਕਾਂ ਹੀ ਜੂਨਾਂ ਦੇ ਵੀ ਜਨਮ ਧਾਰਨ ਕਰਦੇ ਐ। ਇੱਕ ਜੂਨ ਦੇ ਵਿੱਚ ਕਿੰਨੀਆਂ ਜਿਨਸਾਂ ਨੇ, ਕਿੰਨੇ ਉਹਨਾਂ ਦੇ ਰੰਗ, ਕਿੰਨੇ ਨਾਮ ਹੈ। ਉਹਨਾਂ ਜੂਨਾਂ ਨੂੰ ਬਾਰ-ਬਾਰ ਜਨਮ ਧਾਰਨ ਕਰਦੇ ਰਹਿੰਦੇ ਐ। ਸੱਚੇ ਪਾਤਸ਼ਾਹ ਕਹਿੰਦੇ ਬਾਰ-ਬਾਰ ਅਨੇਕਾਂ ਹੀ ਸੰਸਾਰ ਦੇ ਜੀਵ ਜਨਮਦੇ ਤੇ ਮਰਦੇ ਐ, ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ। ਬਿਨ ਬੂਝੇ ਸਭ ਵਾਦ ਪਰਮੇਸ਼ਰ ਦੇ ਸਰੂਪ ਨੂੰ ਬੁੱਝਣ ਤੋਂ ਬਿਨਾਂ ਸਭ ਸੰਸਾਰ ਦੇ ਜੀਵਾਂ ਨੇ ਝਗੜੇ ਪਾਏ ਹੋਏ ਹਨ। ਕੋਈ ਸੰਗਰਜੀ ਧਰਮਾਂ ਕਰਕੇ, ਕੋਈ ਧਾਰਮਿਕ ਗ੍ਰੰਥਾਂ ਕਰਕੇ, ਕੋਈ ਮਤਾਂ ਕਰਕੇ, ਕੋਈ ਵਿਚਾਰਾਂ ਕਰਕੇ, ਪਤਾ ਨਹੀਂ ਕਿੰਨੇ ਕੁ ਪੱਖਾਂ ਤੋਂ ਸੰਸਾਰ ਦੇ ਅੰਦਰ ਬਾਦ ਝਗੜੇ ਪੈਦਾ ਕੀਤੇ ਹੋਏ ਹੈ। ਸਤਿਗੁਰੂ ਜੀ ਉਚਾਰਨ ਕਰ ਰਹੇ ਨੇ ਬਿਨ ਬੁੱਝੇ ਸਭ ਵਾਦ। ਆਤਮਿਕ ਸਰੂਪ ਬੁੱਝਣ ਤੋਂ ਬਿਨਾਂ ਮਹਾਰਾਜ ਕਹਿੰਦੇ ਜੀਵ ਝਗੜੇ ਕਰ ਰਹੇ ਨੇ ਬਾਰ-ਬਾਰ। ਸਵੈ ਸਰੂਪ ਦੀ ਪਹਿਚਾਣ ਕੀਤੇ ਤੋਂ ਬਿਨਾਂ ਇਹ ਸੰਸਾਰ ਦੇ ਜੀਵ ਬਾਰ-ਬਾਰ ਬਾਦ ਝਗੜਾ ਫਸਾਦ ਹੀ ਕਰ ਰਹੇ ਹੈ। ਕਦੇ ਕਿਸੇ ਨਾਲ ਝਗੜਾ, ਕਦੇ ਕਿਸੇ ਨਾਲ, ਇਹ ਝਗੜਿਆਂ ਦੇ ਵਿੱਚ ਹੀ ਲੱਗੇ ਰਹਿੰਦੇ ਹਨ। ਜੋਨੀ ਭਰਮ ਤੇ ਇਹ ਬਾਦ ਝਗੜੇ ਵਿੱਚ ਲੱਗਣੇ ਕਰਕੇ ਫਿਰ ਜੂਨਾਂ ਵਿੱਚ ਭਟਕਦੇ ਰਹਿੰਦੇ ਹੈ। ਜਿੱਦਾਂ ਦੀ ਮਨ ਦੇ ਅੰਦਰ ਵਾਸ਼ਨਾ ਲੱਗ ਜਾਂਦੀ, ਉਦਾਂ ਦੀ ਜੋਨ ਨੂੰ ਪ੍ਰਾਪਤ ਹੋ ਜਾਂਦੇ ਹਨ। ਜਿਨ ਕੋ ਭਏ ਦਇਆਲ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ, ਅਨੇਕਾਂ ਜੀਵ ਭਾਵੇਂ ਸੰਸਾਰ ਦੇ ਅੰਦਰ ਬਾਰ-ਬਾਰ ਜਨਮਦੇ ਤੇ ਮਰਦੇ ਹੈ, ਵਾਸ਼ਨਾ ਦੇ ਬੱਝੇ ਹੋ ਬਾਰ-ਬਾਰ ਸੰਸਾਰ ਦੇ ਉਪੀ ਬੀਆਬਾਨ ਜੰਗਲ ਵਿੱਚ ਦਰ ਤੇ ਭਟਕਦੇ ਹੈ, ਬਾਰ-ਬਾਰ 84 ਦੇ ਗੇੜੇ ਵਿੱਚ ਪੈਂਦੇ ਨੇ,
ਪਰ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਪਰਮਾਤਮਾ ਦਇਆਲੂ ਹੋ ਜਾਂਦਾ ਹੈ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਇਆ ਦੇ ਘਰ ਵਿੱਚ ਆ ਕਰਕੇ ਕਿਰਪਾ ਕਰ ਦਿੱਤੀ ਹੈ, ਤਿਨ ਸਾਧੂ ਸੰਗ ਭਇਆ। ਤਿਨਾਂ ਨੂੰ ਜੀਵਨ ਦੇ ਅੰਦਰ ਪੂਰਨ ਸਾਧੂ ਦਾ ਸੰਗ ਪ੍ਰਾਪਤ ਹੋਇਆ, ਪੂਰਨ ਸਾਧੂ ਦੀ ਸੰਗਤ ਮਿਲ ਗਈ ਹੈ। ਜੇ ਸਾਧੂ ਨੂੰ ਕਦੇ ਵਾਹਿਗੁਰੂ ਦਾ ਸਿਮਰਨ ਵਿਸਰਦਾ ਨਹੀਂ ਹੈ, ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਦੀ ਸੰਗਤ ਜੀਵਨ ਦੇ ਅੰਦਰ ਮਿਲੀ ਹੈ, ਜਿਨ੍ਹਾਂ ਤੇ ਪਰਮਾਤਮਾ ਦੀ ਦਇਆਲਤਾ ਹੋ ਗਈ ਹੈ। ਪਰਮਾਤਮਾ ਦੀ ਬਹੁਤ ਵੱਡੀ ਦਇਆਲਤਾ ਹੋਵੇ ਸੰਗਤ ਜੀ, ਤਾਂ ਸਾਧ ਸੰਗਤ ਵਿੱਚ ਆਉਣ ਦਾ ਸੁਭਾਗ ਮਿਲਦਾ ਹੈ। ਇਹ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਉਹਨਾਂ ਨੇ ਸਾਧੂ ਜਨਾਂ ਦੀ ਸੰਗਤ ਜੀਵਨ ਵਿੱਚ ਪਾਈ, ਜਿਨ੍ਹਾਂ ਤੇ ਪਰਮੇਸ਼ਰ ਨੇ ਦਇਆ ਦੇ ਘਰ ਵਿੱਚ ਆ ਕੇ ਕਿਰਪਾ ਕਰ ਦਿੱਤੀ ਹੈ। ਅੰਮ੍ਰਿਤ ਹਰਿ ਕਾ ਨਾਮ, ਪਰਮੇਸ਼ਰ ਦਾ ਨਾਮ ਅੰਮ੍ਰਿਤ ਵਰਗਾ ਅਮਰ ਕਰ ਦੇਣ ਵਾਲਾ ਹੈ, ਆਤਮਿਕ ਰਸ ਬਖਸ਼ਿਸ਼ ਕਰਨ ਵਾਲਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਵਿੱਤਰ ਨਾਮ ਹੈ। ਤਿਨੀ ਜਨੀ ਜਪ ਲਿਆ, ਉਹਨਾਂ ਪਰਮੇਸ਼ਰ ਦੇ ਪਿਆਰੇ ਜਨਾਂ ਨੇ ਪਰਮੇਸ਼ਰ ਦਾ ਨਾਮ ਜਪ ਲਿਆ, ਜਿਨ੍ਹਾਂ ਨੂੰ ਪਰਮਾਤਮਾ ਨੇ ਕਿਰਪਾ ਕਰਕੇ ਸਾਧ ਸੰਗਤ ਦੀ ਦਾਤ ਬਖਸ਼ੀ ਹੈ। ਸੰਗਤ ਜੀ, ਗੁਰੂ ਕੀ ਸੰਗਤ ਵਿੱਚ ਕੋਈ ਪਿਆਰ ਦੇ ਨਾਲ ਕੋਈ ਪਾਪੀ ਬੰਦਾ ਵੀ ਆ ਜਾਵੇ, ਉਹਦਾ ਵੀ ਉਧਾਰ ਹੋ ਜਾਂਦਾ ਹੈ। ਅਵਗਣਹਾਰਾ ਵੀ ਆ ਜਾਵੇ, ਗੁਨਹਗਾਰ ਵੀ ਗੁਰੂ ਕੀ ਸੰਗਤ ਵਿੱਚ ਪਿਆਰ ਵਿੱਚ ਭਿੱਜ ਕੇ ਆਉਂਦਾ ਹੈ, ਸ਼ਰਧਾ ਭਾਵਨਾ ਧਾਰਨ ਕਰਕੇ ਆਉਂਦਾ ਹੈ। ਸਤਿਗੁਰੂ ਜੀ ਉਹਨਾਂ ਪਾਪੀਆਂ ਦਾ, ਗੁਨਹਗਾਰਾਂ ਦਾ, ਅਵਗਣਹਾਰਿਆਂ ਦਾ ਵੀ ਉਧਾਰ ਕਰ ਦਿੰਦੇ ਹਨ। ਗੁਰੂ ਕੀ ਸੰਗਤ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨਾਮ ਦਾ ਰੰਗ ਹਿਰਦੇ ਵਿੱਚ ਲਗਾ ਦਿੰਦੇ ਹੈ। ਐਸੀ ਸਤਿਗੁਰੂ ਜੀ ਦੀ ਪਰਮ ਵਡਿਆਈ ਹੈ। ਮਹਾਰਾਜ ਕਹਿੰਦੇ ਤਿੰਨੀ ਜਨੇ ਜਪ ਲਿਆ, ਉਹਨਾਂ ਰੱਬ ਦੇ ਪਿਆਰੇ ਜਨਾਂ ਨੇ ਪਰਮੇਸ਼ਰ ਦਾ ਨਾਮ ਜਪ ਲਿਆ, ਜਿਨ੍ਹਾਂ ਨੂੰ ਗਰੀਬ ਨਵਾਜ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਧ ਸੰਗਤ ਦੀ ਦਾਤ ਬਖਸ਼ੀ ਹੈ। ਹੋ ਜਹ ਕੋਟ ਅਸੰਖ, ਮਹਾਰਾਜ ਕਹਿੰਦੇ ਐ ਗੁਰਸਿੱਖੋ, ਅਕਾਲ ਪੁਰਖ ਪਰਮਾਤਮਾ ਨੂੰ ਅਨੇਕਾਂ ਹੀ ਸੰਸਾਰ ਦੇ ਅੰਦਰ ਖੋਜਦੇ ਪਏ ਹਨ। ਅਣਗਿਣਤ ਸੰਸਾਰ ਦੇ ਲੋਕ ਹੈ ਜਿਹੜੇ ਰੱਬ ਦੀ ਖੋਜ ਕਰ ਰਹੇ ਹੈ। ਅਨੇਕਾਂ ਤਰ੍ਹਾਂ ਦੀਆਂ ਸਾਧਨਾ ਹਨ, ਉਹਨਾਂ ਸਾਧਨਾ ਨੂੰ ਕਰਨ ਦੇ ਢੰਗ ਤਰੀਕੇ ਵੀ ਅਨੇਕਾਂ ਹਨ, ਤੇ ਸਾਧਨਾ ਕਰਨ ਵਾਲੇ ਵੀ ਅਨੇਕਾਂ ਹੀ ਸੰਸਾਰ ਦੇ ਜੀਵ ਹੈ, ਜਿਨ੍ਹਾਂ ਸਾਧਨਾ ਨੂੰ, ਕਰਮ ਕਾਂਡਾਂ ਨੂੰ ਤਰ੍ਹਾਂ ਕਰਕੇ ਕਰਦਿਆਂ ਹੋਇਆਂ ਰੱਬ ਨੂੰ ਖੋਜਣ ਦਾ ਯਤਨ ਕਰਦੇ ਹੈ। ਮਹਾਰਾਜ ਕਹਿੰਦੇ ਖੋਜਹਿ ਕੋਟ ਅਸੰਖ, ਐ ਗੁਰਸਿੱਖੋ, ਕਰੋੜਾਂ ਹੀ ਮਹਾਰਾਜ ਕਹਿੰਦੇ ਅਣਗਿਣਤ ਸੰਸਾਰ ਦੇ ਲੋਕ ਰੱਬ ਨੂੰ ਖੋਜ ਰਹੇ ਆ। ਬਹੁਤ ਅਨੰਤ ਕੇ, ਬਹੁਤ ਜ਼ਿਆਦਾ ਮਹਾਰਾਜ ਕਹਿੰਦੇ ਅਨੰਤ ਸੰਸਾਰ ਦੇ ਜੀਵ ਜਿਹੜੇ ਰੱਬ ਨੂੰ ਖੋਜਣ ਵਿੱਚ ਲੱਗੇ ਹੋਏ ਹੈ। ਜਾਂ ਅਨੰਤ ਕੇ, ਜਿਸ ਪਰਮਾਤਮਾ ਦਾ ਕੋਈ ਅੰਤ ਨਹੀਂ, ਉਹਨੂੰ ਅਨੰਤ ਸਰੂਪ ਕਿਹਾ ਜਾਂਦਾ ਹੈ। ਉਸ ਆਨੰਦ ਸਰੂਪ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਉਸ ਪਰਮਾਤਮਾ ਨੂੰ ਖੋਜਣ ਦੇ ਵਿੱਚ ਲੱਗੇ ਹੋਏ ਹੈ। ਕੋਈ ਸੰਗਤ ਜੀ ਜੰਗਲ ਵਿੱਚ ਕਹਿੰਦਾ ਕਿ ਪਰਮਾਤਮਾ ਜੰਗਲਾਂ ਦੇ ਵਿੱਚ ਮਿਲਦਾ ਹੈ, ਕੋਈ ਸੰਗਤ ਜੀ ਪਾਣੀ ਵਿੱਚ ਮੰਨਦਾ ਹੈ, ਕੋਈ ਪੂਰਬ ਦੀ ਦਿਸ਼ਾ ਵੱਲ, ਕੋਈ ਪੱਛਮ ਦੀ ਦਿਸ਼ਾ ਵੱਲ। ਸਾਧ ਸੰਗਤ ਜੀ ਜਿੰਨੇ ਵੀ ਧਰਮ, ਜਿੰਨੇ ਵੀ ਮਤਾਂ ਮਤਾਂਤਰ, ਸਾਰੇ ਦੇ ਵਿਚਾਰ ਵੱਖੋ ਵੱਖਰੇ ਹੈ। ਇੱਕ ਗੁਰਮਤ ਹੈ ਜਿਹੜੀ ਸਾਰੇ ਸੰਸਾਰ ਤੋਂ ਨਵੇਕਲੀ ਹੈ। ਇੱਕ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦਾ ਮਤ ਔਰ ਵਿਚਾਰ ਇਹ ਹੈ ਜਿਹੜਾ ਸੰਸਾਰ ਦੇ ਲੋਕਾਂ ਦੇ ਵਿਚਾਰਾਂ ਤੋਂ ਬਹੁਤ ਉੱਚਾ ਤੇ ਪਰਮ ਹੈ। ਕਿਉਂਕਿ ਸੰਸਾਰ ਦੇ ਲੋਕ ਇੱਕੋ ਥਾਂ ਤੇ ਦਾਅਵਾ ਕਰਦੇ ਕਿ ਰੱਬ ਇੱਕੋ ਥਾਂ ਤੇ ਰਹਿੰਦਾ, ਕੋਈ ਕਿਸੇ ਦਿਸ਼ਾ ਵਿੱਚ ਮੰਨਦਾ, ਕੋਈ ਕਿਸੇ ਦਿਸ਼ਾ ਵਿੱਚ। ਪਰ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦਾ ਮਤ ਇਹ ਹੈ ਕਿ ਪਰਮਾਤਮਾ ਸਰਬ ਵਿਆਪਕ ਹੈ। ਪਰਮਾਤਮਾ ਨੂੰ ਜਿੱਥੇ ਵੀ ਦੇਖਦੇ ਉੱਥੇ ਨਜ਼ਰ ਆਉਂਦਾ ਹੈ। ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਈਏ, ਪਰਮਾਤਮਾ ਸਭ ਥਾਵਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਲ ਵਰਤਦਾ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਮਹਾਰਾਜ ਕਹਿੰਦੇ ਭਾਵੇਂ ਪੂਰਬਲੀ ਦਿਸ਼ਾ ਚ ਚਾਹੇ ਪੱਛਮ ਦੀ ਹੈ, ਉੱਤਰ ਦੀ ਚਾਹੇ ਦੱਖਣ ਦੀ ਦਿਸ਼ਾ, ਚੌਹਾਂ ਪਾਸਿਆਂ ਤੇ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਬਲ ਵਰਤਦਾ ਪਿਆ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਸਰਬ ਥਾਵਾਂ ਤੇ ਵਰਤ ਰਹੀ ਹੈ। ਤੇ ਮਹਾਰਾਜ ਜੀ ਦੇ ਬੇਅੰਤ ਵਾਰ ਐਸੇ ਬਚਨ ਆਉਂਦੇ ਹੈ। ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ। ਰਵ ਰਹਿਆ ਸਰਬਤਰ ਮੈਂ, ਮਨ ਸਦਾ ਤੇ ਆਏ।
ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕਿ ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਹੈ। ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ। ਹਜੂਰ ਕਹਿੰਦੇ ਹਨ, ਜਿਵੇਂ ਜਮਾਨ ਕੀ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਮਹਾਰਾਜ ਕਹਿੰਦੇ ਪ੍ਰਮਾਤਮਾ ਇੱਕੋ ਜਿਹਾ ਰਹਿਣ ਵਾਲਾ ਹੈ, ਸਦਾ ਰਹਿਣ ਵਾਲਾ ਹੈ, ਔਰ ਕਦੇ ਘਟਣ ਵਾਲਾ ਵੀ ਨਹੀਂ ਤੇ ਵਧਣ ਵਾਲਾ ਵੀ ਨਹੀਂ ਹੈ। ਐਸਾ ਪ੍ਰਮਾਤਮਾ ਦਾ ਪਰਮ ਸਰੂਪ ਹੈ। ਸੱਚੇ ਪਾਤਸ਼ਾਹ ਕਹਿੰਦੇ ਅਨੰਤ ਕੇ ਜੀ ਦਾ ਕੋਈ ਅੰਤ ਹੀ ਨਹੀਂ ਹੈ। ਉਸ ਪਰਮੇਸ਼ਰ ਨੂੰ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਤਮਾਮ ਜੀਵ ਖੋਜਦੇ ਪਏ ਹਨ। ਜਿਸ ਬੁਝਾਏ ਆਪ, ਤੇ ਮਹਾਰਾਜ ਕਿਹਨਾਂ ਨੂੰ ਉਹ ਪਰਮਾਤਮਾ ਮਿਲਦਾ ਹੈ? ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਆਪਣਾ ਸਰੂਪ ਆਪ ਬੁਝਾ ਦਿੰਦਾ ਹੈ। ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜਿਨ੍ਹਾਂ ਤੇ ਵਿਸ਼ੇਸ਼ ਕਰਕੇ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਨੂੰ ਆਪਣਾ ਸਰੂਪ ਸਮਝਾ ਦੇਣਾ ਕਰਦਾ ਹੈ। ਨੇੜਾ ਤਿਸ ਹੈ, ਫਿਰ ਉਹਨਾਂ ਨੂੰ ਪ੍ਰਮਾਤਮਾ ਨੇੜੇ ਤੋਂ ਨੇੜੇ ਨਜ਼ਰ ਆਉਂਦਾ ਹੈ ਕਿ ਹਾਜ਼ਰ ਹਜ਼ੂਰ ਹੈ, ਕਿ ਜ਼ਾਹਰ ਜ਼ਹੂਰ ਹੈ। ਪਰਮਾਤਮਾ ਕਹਿ ਰਵਿਦਾਸ ਹਾਥ ਪੈ ਨੇਰਾ, ਸਹਜੇ ਹੋਏ ਸੋ ਹੋਈ। ਸਾਡੇ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਪਰਮੇਸ਼ਰ ਤੋਂ ਨੇੜੇ ਵੱਸਦਾ ਹੈ। ਮਹਾਰਾਜ ਕਹਿੰਦੇ ਇਹਨਾਂ ਉਹਨਾਂ ਦੇ ਮਨ ਵਿੱਚ ਭਰੋਸਾ ਬਣ ਜਾਂਦਾ ਹੈ ਕਿ ਸਭ ਥਾਵਾਂ ਤੇ ਪਰਮੇਸ਼ਰ ਨੂੰ ਆਪਣੇ ਨੇੜੇ ਹੀ ਮੰਨਦੇ ਆ, ਕਿ ਪਰਮਾਤਮਾ ਸਦਾ ਹੀ ਸਾਡੇ ਅੰਗ ਸੰਗ ਹੋ ਕਰਕੇ ਰਹਿੰਦਾ ਹੈ। ਵਿਸਰ ਨਾਹੀਂ ਦਾਤਾਰ। ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖ ਬੇਨਤੀ ਕਰਦੇ ਨੇ, ਮਹਾਰਾਜ ਸਾਨੂੰ ਕਿਹੜੀ ਦਾਤ ਮੰਗਣੀ ਚਾਹੀਦੀ ਹੈ? ਗੁਰੂ ਚਰਨਾਂ ਵਿੱਚੋਂ ਹਜੂਰ ਕਹਿੰਦੇ ਹਨ, ਗੁਰਸਿੱਖੋਂ ਬੇਨਤੀ ਕਰਿਆ ਕਰੋ ਦੋਵੇਂ ਹੱਥ ਜੋੜ ਕਰਕੇ, ਪਰਮਾਤਮਾ ਐਸੀ ਸਾਡੇ ਤੇ ਕਿਰਪਾ ਕਰੋ, ਵਿਸਰ ਨਾਹੀ ਦਾਤਾਰ। ਹੈ ਦਾਤਾਂ ਦੇਣ ਵਾਲੇ ਸ਼੍ਰੋਮਣੀ ਦਾਤਾ ਪਰਮਾਤਮਾ, ਆਪ ਜੀ ਦਾ ਨਾਮ ਕਦੇ ਵੀ ਸਾਨੂੰ ਮਹਾਰਾਜ ਵਿਸਰੇ ਨਾ। ਆਪਣਾ ਨਾਮ ਦੇਹੋ। हे ਪਰਮੇਸ਼ਰ, ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਸਾਨੂੰ ਬਖਸ਼ੋ। ਮਹਾਰਾਜ ਸ਼ਰਧਾ ਦੀ ਝੋਲੀ ਅੱਡ ਕੇ ਆਪ ਜੀ ਤੋਂ ਦਾਨ ਮੰਗਦੇ ਆ। ਨਾਮ ਦਾ ਦਾਨ ਮਹਾਰਾਜ ਸਾਡੀ ਝੋਲੀ ਵਿੱਚ ਪਾ ਦੇਣਾ ਕਰੋ। ਗੁਣ ਗਾਵਾ ਦਿਨ ਰਾਤ। ਜਿਸ ਕਰਕੇ ਮਹਾਰਾਜ ਰਾਤ ਵੀ ਦਿਨ ਵੀ ਆਪ ਜੀ ਦੇ ਗੁਣ ਗਾਉਂਦਾ ਰਹਾ। ਐਸਾ ਕਿਰਪਾ ਕਰਕੇ ਸ਼੍ਰੋਮਣੀ ਤੇ ਪਰਮ ਨਾਮ ਦਾ ਦਾਨ ਮਹਾਰਾਜ ਸਾਡੀ ਝੋਲੀ ਵਿੱਚ ਪਾ ਦੇਣਾ ਕਰੋ। ਨਾਨਕ ਚਾਓ ਇਹੋ। ਇਹ ਮਹਾਰਾਜ ਸਾਡੇ ਮਨ ਵਿੱਚ ਚਾਹ ਹੈ, ਉਤਸ਼ਾਹ ਹੈ ਕਿ ਆਪ ਜੀ ਦੇ ਗੁਣ ਗਾਉਣਾ ਕਰੀਏ। ਪਰ ਗੁਣ ਤਾਂ ਗਾਏ ਜਾ ਸਕਦੇ ਹੈ, ਤਾਂ ਆਪ ਜੀ ਦਾ ਨਾਮ ਜਪਿਆ ਜਾ ਸਕਦਾ ਜੇ ਤੁਹਾਡੀ ਕਿਰਪਾ ਹੋਵੇ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਜੇ ਪ੍ਰਮਾਤਮਾ ਕਿਰਪਾ ਕਰਕੇ ਗੁਣ ਗਾਵਾਏ ਤਾਂ ਉਸ ਪਰਮੇਸ਼ਰ ਦੇ ਗੁਣ ਗਾਏ ਜਾ ਸਕਦੇ ਹੈ, ਤਾਂ ਨਾਮ ਜਪਿਆ ਜਾ ਸਕਦਾ ਜੇ ਪ੍ਰਮਾਤਮਾ ਕਿਰਪਾ ਕਰਕੇ ਜਪਾਵੇ। ਤੋ ਇਸ ਲਈ ਗਰੀਬ ਨਵਾਜ ਮਹਾਰਾਜ ਕਹਿੰਦੇ, ਗੁਰਸਿੱਖੋ ਸਤਿਗੁਰੂ ਜੀ ਦੀ ਸਨਮੁਖ ਹੋ ਕਰਕੇ ਬੇਨਤੀ ਕਰਿਆ ਕਰੋ, ਮਹਾਰਾਜ ਆਪ ਜੀ ਦਾ ਨਾਮ ਕਦੇ ਵੀ ਸੱਚੇ ਪਾਤਸ਼ਾਹ ਸਾਨੂੰ ਵਿਸਰੇ ਨਾ। ਜਿਸ ਨਾਮ ਕਰਕੇ ਹੀ ਆਤਮਿਕ ਸੁਖ ਦੀ ਦਾਤ ਹੁੰਦੀ ਹੈ, ਲੋਕ ਪਰਲੋਕ ਸੁਹੇਲੜਾ ਹੋ ਜਾਂਦਾ ਹੈ। ਆਪ ਜੀ ਦੇ ਸਰੂਪ ਦੀ ਮਹਾਰਾਜ ਸਾਨੂੰ ਪ੍ਰਾਪਤੀ ਹੋਣ ਵਾਲੀ ਹੈ। ਉਹ ਨਾਮ ਕਦੇ ਵੀ ਸਾਡੇ ਜੀਵਨ ਵਿੱਚੋਂ ਵਿਸਰੇ ਨਾ। ਮਨ ਬਾਣੀ ਸਰੀਰ ਕਰਕੇ ਸਦਾ ਮਹਾਰਾਜ ਆਪ ਜੀ ਦੇ ਗੁਣ ਉਚਾਰਨ ਕਰਦੇ ਰਹੀਏ। ਐਸਾ ਮਹਾਰਾਜ ਸਾਡੇ ਮਨ ਵਿੱਚ ਚਾਹ ਹੈ। ਆਪ ਕਿਰਪਾ ਕਰਕੇ ਨਾਮ ਦਾ ਦਾਨ ਸਾਡੀ ਝੋਲੀ ਵਿੱਚ ਪਾ ਦੇਣਾ ਕਰੋ। ਗਰੀਬ ਨਵਾਜ ਆਪ ਜੀ ਦੇ ਦਰ ਤੇ ਮਹਾਰਾਜ ਅਸੀਂ ਮੰਗਤੇ ਬਣ ਕੇ ਸੱਚੇ ਪਾਤਸ਼ਾਹ ਦਾਨ ਮੰਗਦੇ ਹਾਂ। ਜਿਵੇਂ ਸਾਰੀ ਸ੍ਰਿਸ਼ਟੀ ਮਹਾਰਾਜ ਝੋਲੀ ਅੱਡ ਕੇ ਕੋਈ ਕਿਸੇ ਤਰ੍ਹਾਂ ਦਾ ਦਾਨ ਮੰਗਦੀ, ਕੋਈ ਕਿਸੇ ਤਰ੍ਹਾਂ ਦਾ। ਸੰਸਾਰ ਦੇ ਜੀਵ ਕੋ ਮਾਇਆ ਦੇ ਸੁਖ ਮੰਗਦਾ, ਕੋਈ ਧਨ ਕੋ ਪਦਾਰਥ ਮੰਗਦਾ। ਮਹਾਰਾਜ ਸਾਨੂੰ ਆਪ ਜੀ ਦੇ ਨਾਮ ਦਾ ਸੁਖ ਪ੍ਰਾਪਤ ਹੋਵੇ। हे ਗਰੀਬ ਨਵਾਜ ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਸਦਾ ਆਪ ਜੀ ਦੇ ਨਾਮ ਦੇ ਵਿੱਚ ਰੰਗੇ ਰਹੀਏ, ਆਪ ਜੀ ਦੇ ਗੁਣ ਉਚਾਰਨ ਕਰਦੇ ਰਹੀਏ। ਐਸੀ ਮਹਾਰਾਜ ਕਿਰਪਾ ਕਰਕੇ ਪਰਮ ਨਾਮ ਦੀ ਦਾਤ ਸਾਨੂੰ ਬਖਸ਼ਿਸ਼ ਕਰਕੇ ਨਿਹਾਲ ਕਰ ਦੇਵੋ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾ ਦੇਣ।
ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ, ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸਰਵਣ ਕਰਵਾਉਂਦਿਆਂ ਤੋਂ ਇੱਕ ਨਹੀਂ ਬੇਅੰਤ ਹੀ ਫੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਓ ਮੇਲ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਏਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।